ਲਾਈਵ ਕੀਰਤਨ ਦੇ ਵਿੱਚ ਵੀ ਜੀ ਸਾਡੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸ਼ਬਦ ਨਾਰਮਲ ਸ਼ਬਦ ਪੜ੍ਹਦਿਆਂ ਨੂੰ ਚੱਲਦੇ ਸ਼ਬਦ ਵਿੱਚੋਂ ਰੋਕ ਦਿੰਦੇ। ਜਿਹੜਾ ਚੱਲਦੇ ਸ਼ਬਦ ਨੂੰ ਰੋਕਣਾ ਵਾ ਉਹ ਸ਼ਬਦ ਦੀ ਬਹੁਤ ਵੱਡੀ ਨਰਾਦਰੀ ਹੈ ਕਿ ਰਾਗੀ ਸਿੰਘ ਵੀ ਜਿਹੜਾ ਕੀਰਤਨ ਕਰਦਾ ਹੈ ਉਹਦੇ ਅੰਦਰ ਦਾ ਜਿਹੜਾ ਹੈ ਮਾਨਸਿਕ ਪੱਧਰ ਉਹ ਹਿੱਲ ਜਾਂਦਾ ਜਦੋਂ ਉਹਨੂੰ ਸੰਗਤ ਦੇ ਵਿੱਚ ਹੀ ਲਾਈਵ ਚੱਲਦਿਆਂ ਹੋਇਆਂ ਟੋਕ ਦਿੱਤਾ ਜਾਂਦਾ। ਇਹਦੀ ਜੜ ਹੈ ਇਸ ਮਸਲੇ। ਸ਼ਬਦ ਨਾਲ ਹਰ ਇੱਕ ਨੂੰ ਪਿਆਰ ਹੈ। ਇਹ ਉਹੀ ਸ਼ਬਦ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਔਰ ਉਹਨਾਂ ਚੀਜ਼ਾਂ ਤੋਂ ਸੇਧ ਦੇਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤ ਨੂੰ ਸੇਧ ਦਿੰਦਾ ਹੈ ਤੇ ਕੀਰਤਨ ਦੇ ਰਾਹੀਂ ਵੀ ਸੇਧ ਦਿੱਤੀ ਜਾਂਦੀ ਹੈ। ਫਿਰ ਇਹਨੂੰ ਰੋਕਣ ਦਾ ਕਾਰਨ ਕੀ ਸਮਝਦੇ ਹੋ? ਅਸਲ 'ਚ ਉਹ ਆਪਣੀ ਮਨਾਉਂਦੇ ਨੇ, ਅੰਦਰ ਬਹਿ ਕੇ ਸਾਡੀ ਸੁਣਦੇ ਨੇ। ਉਹ ਅੰਦਰ ਬਹਿ ਕੇ ਜਿਹੜਾ ਕਿਤੇ ਇਹ ਸ਼ਬਦ ਪੜੋ ਉਹ ਅਸਲ 'ਚੋਂ ਕਹਿ ਲੈਂਦੇ ਨੇ ਵੀ ਆਹ ਰਾਗ ਇੰਨੇ ਵਜੇ ਪੜਿਆ ਜਾਂਦਾ, ਜਦ ਕਿ ਉਹ ਰਾਗਾਂ ਬਾਰੇ ਗਿਆਨ ਨਹੀਂ ਰੱਖਦੇ। ਖੁਦ ਗਿਆਨ ਨਹੀਂ ਰੱਖਦੇ ਪਰ ਰੋਕਿਆ ਜਾਂਦਾ ਵੀ ਅਸੀਂ ਰਾਗ ਦੇ ਵਿੱਚ ਸਹੀ ਹਾਂ ਜੀ, ਅਸੀਂ ਸਿੱਖ ਕੇ ਆਏ ਹਾਂ, ਰਾਗਾਂ ਦੇ ਟੈਸਟ ਦੇ ਕੇ ਆਏ ਹਾਂ ਜੀ। ਜੇ ਸਾਨੂੰ ਰਾਗ ਨਾ ਆਉਂਦੇ ਹੁੰਦੇ ਤੇ ਕਮੇਟੀ ਸਾਨੂੰ ਲਾਉਂਦੀ ਕਿਉਂ? ਗ੍ਰੰਥੀ ਸਾਹਿਬ ਨੂੰ ਰਾਗਾਂ ਦੀ ਜਾਣਕਾਰੀ ਨਹੀਂ, ਫਿਰ ਵੀ ਰਾਗਾਂ ਦੇ ਨਾਮ ਤੇ ਰੋਕਿਆ ਜਾਂਦਾ, ਕਾਰਨ ਕੋਈ ਹੋਰ ਵੀ ਸਮਝਦੇ ਹੋ? 6 ਤੋਂ 7 ਸਾਲ ਹੋ ਗਏ ਆ ਹੈੱਡ ਗ੍ਰੰਥੀ ਬਣਿਆ ਨੂੰ ਉਹਨਾਂ ਨੂੰ। ਪਹਿਲੇ 2 ਸਾਲ ਬਹੁਤ ਵਧੀਆ ਰਹੇ ਨੇ। ਅਸੀਂ ਇਹ ਵੀ ਗੱਲ ਤੁਹਾਡੇ ਸਾਹਮਣੇ ਹੀ ਕਹਿ ਰਹੇ ਜੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਕਿਸੇ ਬੰਦੇ ਨੇ ਪੱਤੀਆਂ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਕਿਸੇ ਦੀ ਆਖੇ ਲੱਗਣ ਲੱਗ ਗਏ। ਤੁਹਾਡੇ ਵਾਸਤੇ ਕਾਫੀ ਅਪਮਾਨਜਨਕ ਟਿੱਪਣੀਆਂ ਵੀ ਆਈਆਂ। ਤੁਹਾਡੇ ਵਾਸਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਰਾਗ ਨਹੀਂ ਪਤਾ, ਤੁਸੀਂ ਕੀਰਤਨ ਨਹੀਂ ਕਰ ਸਕਦੇ ਤਾਂ ਰਿਕਸ਼ੇ ਚਲਾਉਣ ਲੱਗ ਜਾਓ। ਇਹ ਆਪ ਸਗੋਂ ਮਹਾਰਾਜ ਦੀ ਹਜ਼ੂਰੀ 'ਚ ਇਹਨਾਂ ਨੇ ਇੱਕ ਵਾਰੀ ਲਾਈਵ ਕਿਤੇ ਕੀਤਾ ਪਟਨਾ ਸਾਹਿਬ ਤੋਂ ਕਿਸੇ ਸਮਾਗਮ ਦੇ ਦੌਰਾਨ। ਤੁਸੀਂ ਚੈੱਕ ਕਰ ਲਓ, ਆਪ ਉਹਨਾਂ ਗਿੱਟਿਆਂ ਦੇ ਫੋਨ ਰੱਖਿਆ ਹੋਇਆ, ਇਹ ਲਾਈਵ ਦਿਖਦਾ ਪਿਆ। ਕੀ ਇਹ ਅਪਮਾਨਜਨਕ ਹੈ ਗਿੱਟਿਆਂ ਦੇ ਫੋਨ ਰੱਖਣਾ? ਭਾਜੀ ਸਿੱਖ ਮਰਿਆਦਾ ਦੇ ਹੈ। ਮੈਂ ਕਹਿੰਦਾ ਵੀ ਫਿਰ ਐਂ ਤਾਂ ਕੋਈ ਬਾਥਰੂਮ ਜਾਂਦਾ, ਟਾਇਲਟ ਜਾਂਦਾ, ਉਹਦੇ ਜੇਬ 'ਚ ਫੋਨ ਨਹੀਂ ਹੁੰਦਾ ਕਿ ਉਹ ਬੜਾ ਸਤਿਕਾਰਯੋਗ ਹੁੰਦਾ? ਤਖਤ ਜਿਹੜੇ ਹੁੰਦੇ ਨੇ, ਸਟੇਜਾਂ ਜਿਹੜੀਆਂ ਹੁੰਦੀਆਂ ਨੇ, ਉਹ ਗੁਰੂ ਦੀ ਗੱਲ ਕਰਨ ਵਾਸਤੇ ਹੁੰਦੀਆਂ ਨੇ, ਨਾ ਕਿ ਕਿਸੇ ਦਾ ਭੰਡੀ ਪ੍ਰਚਾਰ ਕਰਨ ਵਾਸਤੇ। ਰਾਗ ਤੇ ਉਹਨਾਂ ਨੂੰ ਆਪੱਤੀ ਹੁੰਦੀ ਹੈ ਕਿ ਆਹ ਰਾਗ ਨਹੀਂ ਗਾਉਣਾ ਜੀ ਜਾਂ ਗਲਤ ਹੈ। ਜਿਸ ਤਰੀਕੇ ਦੀ ਵੀ ਤੁਹਾਡੇ ਨਾਲ ਘਟਨਾ ਵਾਪਰੀ, ਉੱਧਰੋਂ ਜਥੇਦਾਰ ਪਟਨਾ ਸਾਹਿਬ ਦੇ ਵੱਲੋਂ ਇਸ ਤਰੀਕੇ ਦੀ ਸ਼ਬਦਾਵਲੀ ਤੁਹਾਡੇ ਵਾਸਤੇ ਵਰਤੀ ਜਾਣੀ, ਇਹ ਸਿੱਧੇ ਇਲਜ਼ਾਮ ਉਹਨਾਂ ਤੇ ਹੀ ਸਮਝੀਏ ਜਾਂ ਕੋਈ ਸਵੈ ਮੰਥਨ ਕਰਨ ਦੀ ਜ਼ਰੂਰਤ ਵੀ ਹੈਗੀ ਹੈ? ਨਾਲੇ ਆ ਜਿਹੜਾ ਮਸਲਾ ਅਸੀਂ ਚੁੱਕਿਆ, ਰਾਗਾਂ ਦਾ ਮਸਲਾ ਨਹੀਂ ਚੁੱਕਿਆ ਸੀ, ਇਹਨੂੰ ਰੂਪ ਰਾਗਾਂ ਦਾ ਦਿੱਤਾ ਜਾ ਰਿਹਾ। ਕਾਰਨ ਕੋਈ ਹੋਰ? ਇੱਕ ਮਿੰਟ, ਇਹਨੂੰ ਰੂਪ ਰਾਗਾਂ ਦਾ ਦਿੱਤਾ ਜਾ ਰਿਹਾ। ਮਸਲਾ ਤੇ ਸਿੰਘ ਸਾਹਿਬ ਦੇ ਬੋਲ ਕਬੂਲ ਬੋਲਣ ਨੂੰ ਲੈ ਕੇ ਅਸੀਂ ਇਸ਼ੂ ਉਠਾਇਆ। ਬਿਲਕੁਲ, ਸਾਨੂੰ ਅੰਦਰ ਜਿਹੜੇ ਬੋਲ ਕਬੂਲ ਬੋਲੇ ਜਾਂਦੇ ਆ। ਬਿਲਕੁਲ, ਅਗਲਾ ਸਵਾਲ ਇਹ ਰਹਿਣ ਵਾਲਾ ਸੀ ਕਿ ਕਿਸ ਤਰੀਕੇ ਦੇ ਬੋਲ ਕਬੂਲ ਨੇ। ਅਕਾਲ ਤਖਤ ਸਾਹਿਬ ਤੇ ਆਪਣੀ ਬੇਨਤੀ ਲੈ ਕੇ ਗਏ ਹੋ ਕਿ ਇਸ ਤਰੀਕੇ ਸਾਡੇ ਨਾਲ ਹੋ ਰਹੀ ਹੈ? ਮੀਡੀਆ ਦੇ ਰਾਹੀਂ ਭਾਈ ਸਾਹਿਬ ਅਸੀਂ ਬੇਨਤੀ ਪੱਤਰ ਲੈ ਕੇ ਗਏ ਆ ਔਰ ਮੀਡੀਆ ਨੂੰ ਬਾਹਰ ਆਣ ਕੇ ਸਿਰਫ ਇੰਨੀ ਗੱਲ ਦੱਸੀ ਸੀ ਕਿ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਸਾਡਾ ਕੋਈ ਮਤਭੇਦ ਆ ਤੇ ਉਹਦੇ ਵਾਸਤੇ ਇਹ ਚਿੱਠੀ ਦੇ ਦਿੱਤੀ। ਜਿਵੇਂ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕੋਈ ਹੈ ਜੋ ਇਸ ਤਰੀਕੇ ਦੀ ਭਾਵਨਾ ਰੱਖਦਾ, ਇਸ ਤਰੀਕੇ ਦੇ ਨਾਲ ਦੁਫਾੜ ਕਰਨ ਦੀ ਕੋਸ਼ਿਸ਼ ਕਰਦਾ ਕਿ ਹੋਰ ਵੀ ਕਿਸੇ ਕੈਟਾਗਰੀ ਦੇ ਸਿੰਘ ਨੂੰ ਕੋਈ ਉੱਥੇ ਸਮੱਸਿਆ ਮਹਿਸੂਸ ਹੁੰਦੀ ਹੈ? ਦੇਖੋ 6 ਸਾਲ ਰਾਗੀ ਸਿੰਘ ਨਹੀਂ ਸੀ ਬੋਲੇ ਤੇ ਜੇ ਹੋਰ ਕਿਸੇ ਸਿੰਘ ਨੂੰ ਵੀ ਪ੍ਰੋਬਲਮ ਹੋਈ ਤੇ ਥੋੜੇ ਚਿਰ ਬਾਅਦ ਉਹ ਬੋਲੇਗਾ ਜ਼ਰੂਰ। ਸਤਿ ਸ਼੍ਰੀ ਅਕਾਲ, ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਅੱਜ ਕੱਲ੍ਹ ਸਿੱਖ ਧਰਮ ਦੇ ਵਿੱਚ ਇੱਕ ਇਹੋ ਜਿਹੀ ਰੀਤ ਚੱਲ ਗਈ ਜਿਸ ਤੋਂ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਗੈਰ ਸਿੱਖ ਵੀ, ਸਿੱਖ ਤਾਂ ਹੈ ਹੀ, ਗੈਰ ਸਿੱਖ ਵੀ ਇਸ ਗੱਲ ਤੋਂ ਅੱਜ ਕੱਲ੍ਹ ਨਿਰਾਸ਼ ਨਜ਼ਰ ਆਉਂਦੇ ਆ, ਚਿੰਤਾ 'ਚ ਨਜ਼ਰ ਆਉਂਦੇ ਆ ਕਿ ਅਜਿਹੀਆਂ ਰੀਤਾਂ ਕਿਉਂ ਚੱਲ ਪਈਆਂ। ਪਹਿਲਾ ਮਾਮਲਾ ਆਉਂਦਾ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ। ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਨਾਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਇਆ ਪਿਆ, ਉਹਦੀ ਵੀ ਵੱਡੀ ਚਿੰਤਾ ਹੈ। ਹੁਣ ਦੂਜਾ ਮਾਮਲਾ ਕੁਝ ਦਿਨਾਂ ਤੋਂ ਇੱਕ ਹੋਰ ਉੱਭਰ ਕੇ ਆ ਗਿਆ, ਉਹ ਦਰਬਾਰ ਸਾਹਿਬ ਦੇ ਅੰਦਰੋਂ ਹੀ ਉੱਭਰਿਆ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਤੇ ਹੈੱਡ ਗ੍ਰੰਥੀ ਸਾਹਿਬ ਆਪਸ ਦੇ ਵਿੱਚ ਦੋਵੇਂ ਹੀ ਮਤਭੇਦ ਪੈਦਾ ਹੋ ਗਏ ਤੇ ਆਮੋ ਸਾਹਮਣੇ ਹੋ ਗਏ। ਗ੍ਰੰਥੀ ਸਿੰਘ ਰਾਗੀ ਸਿੰਘ ਨੇ ਜਿਹੜੇ ਉਹ ਮੀਡੀਆ 'ਚ ਆ ਗਏ
ਉਹਨਾਂ ਨੇ ਆਪਣੀਆਂ ਕੁਝ ਦੁੱਖ ਤਕਲੀਫਾਂ ਦੱਸੀਆਂ ਕਿ ਸਾਡੇ ਨਾਲ ਕੁਝ ਗਲਤ ਹੋ ਰਿਹਾ, ਸਾਨੂੰ ਆਜ਼ਾਦ ਬੋਲਣ ਦੀ ਆਜ਼ਾਦੀ ਨਹੀਂ ਹੈ। ਕੀ ਹੈ ਪੂਰਾ ਮਾਮਲਾ, ਪੂਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਦਾ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ ਤੇ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਇੱਥੇ ਆਇਆ। ਭਾਈ ਸਾਹਿਬ, ਬੜੀ ਚਿੰਤਾ ਦੀ ਗੱਲ ਹੈ ਕਿ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਮਾਣ ਨਾਲ ਸੀਨਾ ਚੌੜਾ ਹੁੰਦਾ ਹੈ ਕਿ ਅਸੀਂ ਇਸ ਧਰਮ ਦੇ ਹਿੱਸੇਦਾਰ ਹਾਂ, ਜਿਹੜੇ ਧਰਮ ਦੇ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ। ਪਰ ਇਸ ਵੇਲੇ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹੀ ਹੈ, ਤੁਹਾਨੂੰ ਲੱਗਦਾ ਹੈ ਕਿ ਕੁਝ ਤਰੇੜਾਂ ਆਉਣੀਆਂ ਸ਼ੁਰੂ ਹੋਈਆਂ? ਬਿਲਕੁਲ ਜੀ, ਤਰੇੜਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹਨਾਂ ਤਰੇੜਾਂ ਨੂੰ ਜੇ ਜਲਦੀ ਨਹੀਂ ਭਰਿਆ ਜਾਂਦਾ ਤੇ ਇਹਨਾਂ ਤਰੇੜਾਂ ਦਾ ਜਿਹੜਾ ਖਮਿਆਜਾ ਅਸੀਂ ਕਦੇ ਵੀ ਭਰ ਨਹੀਂ ਸਕਾਂਗੇ, ਕਦੇ ਪੂਰਾ ਨਹੀਂ ਕਰ ਸਕਾਂਗੇ ਜੀ। ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਜਿਹੜਾ ਹੈ ਛੇਤੀ ਤੋਂ ਛੇਤੀ ਤਰੇੜਾਂ ਨੂੰ ਭਰ ਲੈਣਾ ਚਾਹੀਦਾ ਜੀ। ਭਾਈ ਸਾਹਿਬ, ਤੁਹਾਡੇ ਵਾਲਾ ਮਾਮਲਾ ਮੀਡੀਆ ਦੇ ਵਿੱਚ ਆਇਆ, ਚਿੰਤਾ ਹੋਰ ਵਧੀ ਕਿਉਂਕਿ ਤੁਹਾਨੂੰ ਸਵੇਰ ਸ਼ਾਮ ਸੰਗਤਾਂ ਨੇ ਸੁਣਨਾ ਹੈ, ਵੱਖ-ਵੱਖ ਚੈਨਲਸ ਦੇ ਰਾਹੀਂ ਗੁਰਬਾਣੀ ਸਰਵਣ ਕਰਨੀ ਹੈ, ਆਪਣੇ ਮਨ ਨੂੰ ਤਰੋਤਾਜ਼ਾ ਕਰਨਾ ਹੈ। ਪਰ ਤੁਹਾਡੇ ਵੱਲੋਂ ਹੀ ਇਹ ਸਵਾਲ ਖੜੇ ਹੋਣ ਲੱਗੇ ਕਿ ਸਾਨੂੰ ਸ਼ਬਦ ਪੜ੍ਹਨ ਦੀ ਆਜ਼ਾਦੀ ਨਹੀਂ ਹੈ, ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਮਾਮਲਾ ਸਮਝਣ ਦੀ ਕੋਸ਼ਿਸ਼ ਕਰਾਂਗੇ, ਸ਼ੁਰੂ ਕਿੱਥੋਂ ਹੁੰਦਾ? ਭਾਈ ਸਾਹਿਬ, ਇਹ ਦਰਬਾਰ ਸਾਹਿਬ ਜੀ ਦੇ ਅੰਦਰ ਤੁਸੀਂ ਵੇਖ ਸਕਦੇ ਹੋ ਲਾਈਵ ਕੀਰਤਨ ਦੇ ਵਿੱਚ ਵੀ ਜੀ ਸਾਡੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸ਼ਬਦ ਨਾਰਮਲ ਸ਼ਬਦ ਪੜ੍ਹਦਿਆਂ ਨੂੰ ਚੱਲਦੇ ਸ਼ਬਦ ਵਿੱਚੋਂ ਰੋਕ ਦਿੰਦੇ ਨੇ ਜੀ। ਇਸੇ ਦੀ ਸ਼ੁਰੂਆਤ ਹੈ ਕਿ ਉਹ ਸਾਰੇ ਰਾਗੀ ਸਿੰਘ ਇਤਰਾਜ਼ ਕਰਦੇ ਨੇ ਕਿ ਗਿਆਨੀ ਜੀ ਸਾਨੂੰ ਕਮਰੇ 'ਚ ਬਿਠਾ ਕੇ ਸਾਡੇ ਨਾਲ ਰਾਏ ਕਰਨ ਜਾਂ ਸਾਡੇ ਤੋਂ ਸਵਾਲ ਪੁੱਛਣ, ਅਸੀਂ ਗਲਤ ਕਿੱਥੇ ਆ ਜੀ। ਤੇ ਜਿਹੜਾ ਚੱਲਦੇ ਸ਼ਬਦ ਨੂੰ ਰੋਕਣਾ ਵਾ ਉਹ ਸ਼ਬਦ ਦੀ ਬਹੁਤ ਵੱਡੀ ਨਰਾਦਰੀ ਹੈ ਜੀ। ਤੇ ਰਾਗੀ ਸਿੰਘ ਵੀ ਜਿਹੜਾ ਕੀਰਤਨ ਕਰਦਾ ਹੈ ਉਹਦੇ ਅੰਦਰ ਦਾ ਜਿਹੜਾ ਹੈ ਮਾਨਸਿਕ ਪੱਧਰ ਉਹ ਹਿੱਲ ਜਾਂਦਾ ਜਦੋਂ ਉਹਨੂੰ ਸੰਗਤ ਦੇ ਵਿੱਚ ਹੀ ਲਾਈਵ ਚੱਲਦਿਆਂ ਹੋਇਆਂ ਟੋਕ ਦਿੱਤਾ ਜਾਂਦਾ। ਇਹਦੀ ਜੜ ਹੈ ਇਸ ਮਸਲੇ ਦੀ। ਜੀ। ਹਾਂਜੀ। ਤਾਂ ਭਾਈ ਸਾਹਿਬ, ਇਹਦਾ ਕਾਰਨ ਕੀ ਸਮਝਦੇ ਹੋ? ਕਿਉਂਕਿ ਸ਼ਬਦ ਨਾਲ ਹਰ ਇੱਕ ਨੂੰ ਪਿਆਰ ਹੈ। ਇਹ ਉਹੀ ਸ਼ਬਦ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਔਰ ਉਹਨਾਂ ਚੀਜ਼ਾਂ ਤੋਂ ਸੇਧ ਦੇਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤ ਨੂੰ ਸੇਧ ਦਿੰਦਾ ਹੈ ਤੇ ਕੀਰਤਨ ਦੇ ਰਾਹੀਂ ਵੀ ਸੇਧ ਦਿੱਤੀ ਜਾਂਦੀ ਹੈ। ਫਿਰ ਇਹਨੂੰ ਰੋਕਣ ਦਾ ਕਾਰਨ ਕੀ ਸਮਝਦੇ ਹੋ, ਕਿਉਂ ਪੈਦਾ ਹੋਇਆ? ਉਹ ਸਿੰਘ ਸਾਹਿਬ, ਇਹੀ ਸਾਡੀ ਪ੍ਰੋਬਲਮ ਆ ਕਿ ਜੇ ਤੇ ਉਹ ਸਾਡੇ ਨਾਲ ਬਹਿ ਕੇ ਕਿਤੇ ਕਮਰੇ 'ਚ ਗੱਲ ਕਰਦੇ ਤੇ ਨਾਲੇ ਤੇ ਮੀਡੀਆ 'ਚ ਨਹੀਂ ਸੀ ਆਉਣੀ, ਨਾਲੇ ਮਸਲਾ ਹੱਲ ਹੋ ਜਾਣਾ ਸੀ ਜੀ। ਅਸਲ 'ਚ ਉਹ ਆਪਣੀ ਮਨਾਉਂਦੇ ਨੇ, ਅੰਦਰ ਬਹਿ ਕੇ ਸਾਡੀ ਸੁਣਦੇ ਨਹੀਂ ਜੀ। ਉਹ ਅੰਦਰ ਬਹਿ ਕੇ ਜਿਹੜਾ ਕਹਿੰਦੇ ਇਹ ਸ਼ਬਦ ਪੜੋ, ਉਹ ਅਸਲ 'ਚ ਉਹ ਕਹਿ ਲੈਂਦੇ ਨੇ ਵੀ ਆਹ ਰਾਗ ਇੰਨੇ ਵਜੇ ਪੜਿਆ ਜਾਂਦਾ, ਜਦ ਕਿ ਉਹ ਰਾਗਾਂ ਬਾਰੇ ਗਿਆਨ ਨਹੀਂ ਰੱਖਦੇ, ਖੁਦ ਗਿਆਨ ਨਹੀਂ ਰੱਖਦੇ, ਪਰ ਰੋਕਿਆ ਜਾਂਦਾ। ਸਾਡੀ ਤਕਲੀਫ ਹੀ ਇਹੋ ਆ ਕਿ ਜਾਂ ਤਾਂ ਕੋਈ ਜਿਹਨੂੰ ਰਾਗ ਦਾ ਬਹੁਤ ਆਪ ਨੂੰ ਗਿਆਨ ਹੈ ਜੀ, ਉਹ ਹੁਣ ਸਾਡੇ ਨਾਲ ਗੱਲ ਕਰੇ ਤੇ ਉਹਦੇ ਨਾਲ ਅਸੀਂ ਵਿਚਾਰ ਵੀ ਸਾਂਝਾ ਕਰੀਏ ਤੇ ਸਾਡੀ ਸੁਣਵਾਈ ਵੀ ਹੋਏਗੀ। ਬਿਲਕੁਲ। ਪਰ ਜੇ ਹੁਣ ਬੰਦੇ ਨੂੰ ਰਾਗ ਆਪ ਨਹੀਂ ਹੁੰਦਾ, ਮੇਰੇ ਉਹ ਸਨਮਾਨਯੋਗ ਨੇ, ਸਤਿਕਾਰਯੋਗ ਨੇ ਜੀ, ਜੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਤੇ ਆਪ ਜੀ ਨੂੰ ਰਾਗ ਆਉਂਦਾ ਹੋਵੇ ਤਾਂ ਅਸੀਂ ਤੁਹਾਨੂੰ ਰਾਗ ਦੇ ਹੀ ਗੱਲ ਕਰਕੇ ਜਵਾਬ ਦੇ ਦਈਏ ਤੇ ਸਾਡਾ ਮਸਲਾ ਵੀ ਨਾ ਵਿਗੜੇ। ਬਿਲਕੁਲ। ਪਰ ਬੇਨਤੀ ਇੱਥੇ ਹੋਗਾ ਵੀ ਉਹਨੂੰ ਰਾਗ ਬਾਰੇ ਜਾਣਕਾਰੀ ਨਾ ਹੋਣ ਕਰਕੇ ਉਹ ਵੀ ਗੁੱਸਾ ਕਰ ਜਾਂਦੇ ਨੇ, ਮੇਰੀ ਖਰੇ ਗੱਲ ਨਹੀਂ ਮੰਨਦੇ। ਅਸੀਂ ਗੱਲ ਮੰਨਣ ਲਈ ਤਿਆਰ ਆ, ਪਰ ਤੁਹਾਡਾ ਤਰੀਕਾ ਜਿਹੜਾ ਵਾ ਉਹ ਠੀਕ ਨਹੀਂ ਆ, ਉਹ ਸੰਗਤ ਵਿੱਚ ਟੋਕਦੇ ਆ ਤੁਸੀਂ। ਇਹਦਾ ਦੂਜਾ ਕਾਰਨ ਕੀ ਸਮਝਦੇ ਹੋ? ਕੁਝ ਸ਼ਬਦ ਐਦਾਂ ਦੇ ਵੀ ਹੈਗੇ ਨੇ ਜਿਹੜੇ ਸ਼ਬਦ ਹੀ ਪੜ੍ਹਨ ਤੋਂ ਰੋਕਿਆ ਜਾਂਦਾ ਹੈ ਕਿ ਤੁਸੀਂ ਆ ਸ਼ਬਦ ਨਹੀਂ ਪੜ੍ਹਨਾ, ਸ਼ਬਦ ਰੋਕਣਾ। ਅਸਲੀਅਤ ਵਿੱਚ ਸ਼ਬਦ ਨੂੰ ਉਹਨਾਂ ਦੇ ਰੋਕਣ ਦਾ ਮੁੱਖ ਕਾਰਨ ਜਿਹੜਾ ਸਾਹਮਣੇ ਆਉਂਦਾ ਹੈ ਜੀ, ਉਹ ਕੁਝ ਹੋਰ ਸਮਝਦੇ ਨੇ ਜਦ ਕਿ ਉਹ ਸਹੀ ਨਹੀਂ ਹੁੰਦਾ। ਅਸੀਂ ਜੋ ਕੁਝ ਆਪ ਸਮਝਦੇ ਆ ਵੀ ਅਸੀਂ ਰਾਗ ਦੇ ਵਿੱਚ ਸਹੀ ਆ ਜੀ, ਅਸੀਂ ਸਿੱਖ ਕੇ ਆਏ ਆ, ਰਾਗਾਂ ਦੇ ਟੈਸਟ ਦੇ ਕੇ ਆਏ ਆ ਜੀ। ਜੇ ਸਾਨੂੰ ਰਾਗ ਨਾ ਆਉਂਦੇ ਹੁੰਦੇ ਤੇ ਕਮੇਟੀ ਸਾਨੂੰ ਲਾਉਂਦੀ ਕਿਉਂ? ਬਿਲਕੁਲ। ਸਾਨੂੰ ਕਮੇਟੀ ਨੇ ਲਾਇਆ ਤੇ ਰਾਗ ਟੈਸਟ ਕਰਕੇ ਲਾਇਆ ਕਿ ਅਸੀਂ ਉਦਾਂ ਲੱਗ ਗਏ। ਫਿਰ ਜਦੋਂ ਸਵਾਲ ਤਾਂ ਵੱਡਾ ਪੈਦਾ ਹੁੰਦਾ ਨਾ ਕਿ ਜੇ ਮੁੱਖ ਗ੍ਰੰਥੀ ਸਾਹਿਬ ਨੂੰ ਰਾਗਾਂ ਦੀ ਜਾਣਕਾਰੀ ਨਹੀਂ, ਫਿਰ ਵੀ ਰਾਗਾਂ ਦੇ ਨਾਮ ਤੇ ਰੋਕਿਆ ਜਾਂਦਾ, ਕਾਰਨ ਕੋਈ ਹੋਰ ਵੀ ਸਮਝਦੇ ਹੋ? ਇਹਦੇ ਪਿੱਛੇ ਕੋਈ ਤਾਕਤ ਕੁਝ ਹੋਰ ਵੀ ਸਮਝਦੇ ਹੋ? ਨਹੀਂ, ਮੈਂ ਤਾਂ ਨਹੀਂ ਇੰਝ ਸਮਝਦਾ। ਬਸ ਇਹ ਸਿਰਫ ਕਮਰੇ 'ਚ ਬੈਠ ਕੇ ਗੱਲਾਂ ਨਾ ਹੋਣ ਕਰਕੇ ਵਿਵਾਦ ਐਡਾ ਵੱਡਾ ਬਣ ਗਿਆ ਔਰ ਐਡਾ ਵੱਡਾ ਵਿਵਾਦ ਬਣਨਾ ਨਹੀਂ ਚਾਹੀਦਾ ਸੀ। ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਹਾਂ, ਦੱਸਦੇ ਰਹੇ ਹਾਂ ਕਿ ਇਹ ਗੱਲ ਇੱਦਾਂ ਹੋ ਰਹੀ ਆ, ਸਾਡੀ ਸੁਣਵਾਈ ਕਰਾਓ। ਉਦੋਂ ਜੇ ਸੁਣਵਾਈ ਕੀਤੀ ਹੁੰਦੀ ਤਾਂ ਬਣਨਾ ਨਹੀਂ ਸੀ ਐਡਾ ਵੱਡਾ ਵਿਵਾਦ ਜਿੱਡਾ ਬਣ ਗਿਆ। ਮਤਲਬ ਤੁਹਾਡੇ ਵੱਲੋਂ ਸਮਾਂ ਕਾਫੀ ਹੋ ਗਿਆ, ਤੁਸੀਂ
ਪਹਿਲਾਂ ਵੀ ਇਹ ਗੱਲ ਦੱਸਦੇ ਰਹੇ ਹੋ ਕਿ ਲੰਬੇ ਸਮੇਂ ਤੋਂ ਇਹ ਵਿਵਾਦ ਚੱਲਦਾ ਹੁੰਦਾ, ਲੰਬੇ ਸਮੇਂ ਤੋਂ ਤੁਹਾਡੇ ਨਾਲ ਇਹ ਕੁਝ ਹੋ ਰਿਹਾ, ਤੁਸੀਂ ਇਹਨੂੰ ਸਹਿਣ ਕਰ ਰਹੇ ਹੋ। ਤਕਰੀਬਨ 6 ਤੋਂ 7 ਸਾਲ ਹੋ ਗਏ ਆ ਹੈੱਡ ਗ੍ਰੰਥੀ ਬਣਿਆ ਨੂੰ ਉਹਨਾਂ ਨੂੰ। ਪਹਿਲੇ 2 ਸਾਲ ਬਹੁਤ ਵਧੀਆ ਰਹੇ ਨੇ, ਅਸੀਂ ਇਹ ਵੀ ਗੱਲ ਤੁਹਾਡੇ ਸਾਹਮਣੇ ਹੀ ਕਹਿ ਰਹੇ ਜੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਕਿਸੇ ਬੰਦੇ ਨੇ ਪੱਤੀਆਂ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਕਿਸੇ ਦੀ ਆਖੇ ਲੱਗਣ ਲੱਗ ਗਏ ਜੀ। ਕਿਉਂਕਿ ਜੇ ਇਹ ਗੱਲਾਂ ਪਹਿਲਾਂ ਹੋਣੀਆਂ ਹੁੰਦੀਆਂ ਰਾਗਾਂ ਦੀਆਂ ਤੇ ਫੇਰ ਤਾਂ ਉਹ ਆਉਂਦੇ ਹੀ ਕਰਦੇ। 6 ਸਾਲ ਤਕਰੀਬਨ 6 ਤੋਂ 7 ਸਾਲ ਹੋ ਗਏ ਆ, ਉਹਦੇ ਵਿੱਚ 2 ਸਾਲ ਠੀਕ ਰਹਿਣਾ ਤੇ ਬਾਕੀ ਸਮੇਂ ਤੇ ਪਹਿਲਾਂ ਥੋੜਾ ਥੋੜਾ ਟੋਕਦੇ ਹੁੰਦੇ ਸੀ ਜੀ। ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੁਣ ਤਾਂ ਬੇਹੱਦ ਅੱਗੇ ਲੰਘ ਗਿਆ ਸੀ ਕੰਮ ਜੀ। ਕਈਆਂ ਨੂੰ ਤੇ ਰਾਗਾਂ ਦੀ ਆਪਾਂ ਗੱਲ ਕਰਦੇ ਆ, ਕਈਆਂ ਨੂੰ ਤੇ ਬਿਨਾਂ ਰਾਗ ਤੋਂ ਵੀ ਉਹਨਾਂ ਨੇ ਉਹ ਗੱਲਾਂ ਅੰਦਰ ਕੀਤੀਆਂ ਨੇ ਜਿਹੜੀ ਗੱਲ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਜੀ। ਔਰ ਰਾਗੀ ਸਿੰਘਾਂ ਨੇ ਆਪ ਬੋਲ ਬੋਲ ਕੇ ਮੀਡੀਆ ਸਾਹਮਣੇ ਦੱਸੀਆਂ ਨੇ, ਮੇਰਾ ਤੇ ਉਹਦੇ ਵਿੱਚ ਕੋਈ ਰੋਲ ਨਹੀਂ ਆ, ਉਹਦੇ 'ਚ ਸਾਰੇ ਰਾਗੀ ਸਿੰਘ ਹੀ ਬੋਲ ਕੇ ਦੱਸ ਰਹੇ ਨੇ। ਔਰ ਇਹ ਗੱਲ ਇੱਕ ਰਾਗੀ ਨਾਲ ਹੋ ਜਾਂਦੀ ਤੇ ਰਾਗੀ ਕਹਿਣਾ ਸੀ ਵੀ ਇੱਕ ਰਾਗੀ ਗਲਤ ਹੈ, ਹੁਣ ਤੇ ਸਾਰੇ ਰਾਗੀ ਸਿੰਘ ਬੋਲ ਕੇ ਦੱਸ ਰਹੇ ਨੇ ਵੀ ਇਹ ਗੱਲ ਹੋ ਰਹੀ ਆ ਤੇ ਸਾਡੇ ਭਾਈ ਸਾਹਿਬ ਤੁਸੀਂ ਇਸ਼ਾਰਾ ਕੀਤਾ ਕਿ ਕਿਸੇ ਦੀ ਗੱਲ ਮੰਨਣ ਲੱਗੇ। ਪਿਛਲੇ 5 ਸਾਲ ਜੇ ਤੁਸੀਂ 7 ਸਾਲ ਦੀ ਗੱਲ ਕਰਦੇ ਹੋ, 2 ਸਾਲ ਆਪਾਂ ਉਹ ਕੱਢ ਦਿੰਨੇ ਆ ਜਦੋਂ ਤੁਹਾਡੇ ਕਹਿਣ ਦੇ ਮੁਤਾਬਕ ਉਹ ਬਿਲਕੁਲ ਠੀਕ ਸੀ, ਨਹੀਂ ਕੋਈ ਰੋਕ ਟੋਕ ਸੀ, ਵਧੀਆ ਤਰੀਕੇ ਚੱਲਦਾ ਸੀ। ਤੁਸੀਂ 5 ਸਾਲਾਂ ਦੇ ਵਿੱਚ ਕਿਹਨੂੰ ਮੰਨਦੇ ਹੋ ਕਿ ਉਹ ਜ਼ਿਆਦਾ ਕਿਹਦੀ ਸੁਣਨ ਲੱਗ ਗਏ? ਮੈਨੂੰ ਕਮੇਟੀ ਦੇ ਅੰਦਰੋਂ ਹੈ ਕੋਈ ਸਿਆਸੀ, ਕੋਈ ਇਹਦੇ ਪਿੱਛੇ ਤਾਕਤ ਹੈਗੀ ਹੈ ਕੁਝ ਇਦਾਂ ਦਾ? ਇਸ ਤਰ੍ਹਾਂ ਦਾ ਨਹੀਂ ਆ, ਬਸ ਮੈਂ ਤੁਹਾਨੂੰ ਇਸ਼ਾਰਾ ਇਸ ਤਰ੍ਹਾਂ ਹੀ ਦਿੱਤਾ ਕਿ ਸਾਨੂੰ ਇੰਜ ਲੱਗਦਾ ਕਿ ਜੇ ਉਹ ਆਪ ਇਦਾਂ ਦੀ ਸੋਚ ਰੱਖਦੇ ਤਾਂ ਸੋਚ ਪਹਿਲਾਂ ਹੀ ਇਦਾਂ ਦੀ ਹੋਣੀ ਸੀਗੀ। ਪਰ ਬਦਲਣ ਦਾ ਤਾਂ ਉਹਨਾਂ ਦੇ ਸੁਭਾਅ 'ਚ ਤਬਦੀਲੀ ਆਈ ਹੈ, ਇਹਦਾ ਮਤਲਬ ਉਹਨਾਂ ਨੂੰ ਕੋਈ ਬੰਦਾ ਕਹਿ ਰਿਹਾ ਕਿ ਇਦਾਂ ਕਰੋ ਇਦਾਂ ਕਰੋ। ਜੇ ਸਿੰਘ ਸਾਹਿਬ ਉਹਦੀ ਗੱਲ ਨਾ ਮੰਨ ਕੇ ਸਾਡੀ ਮੀਟਿੰਗ ਲੈਂਦੇ, 6 ਸਾਲਾਂ 'ਚ ਉਹਨਾਂ ਨੇ ਸਾਡੇ ਨਾਲ ਕਦੀ ਮੀਟਿੰਗ ਨਹੀਂ ਲਈ ਜੀ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨਾਲ ਆਪਣੀ ਗੱਲ ਨੂੰ ਸਮਝਾਉਣ ਦਾ ਸਾਨੂੰ ਟਾਈਮ ਨਹੀਂ ਉਹਨਾਂ ਨੇ ਦਿੱਤਾ ਜੀ। ਜੇ ਦਿੱਤਾ ਹੁੰਦਾ ਅਸੀਂ ਸ਼ੋਰਟੀ ਲੈਨੇ ਪਏ, ਅਸੀਂ ਆਪਣੀ ਗੱਲ ਸਿੰਘ ਸਾਹਿਬ ਜੀ ਨੇ ਅੱਗੇ ਬੇਨਤੀ ਰੂਪ 'ਚ ਰੱਖ ਕੇ ਉਹਨਾਂ ਨਾਲ ਅਸੀਂ ਪ੍ਰੇਮ ਨਾਲ ਸਾਰਾ ਵਾਰਤਾਲਾਪ ਕਰਦੇ ਰਹਿਣਾ ਸੀਗਾ ਜੀ। ਉਲਟਾ ਗੱਲਾਂ ਜਦੋਂ ਵੱਧਦੀਆਂ ਨੇ ਨਾ ਤਾਂ ਵੱਧਦੀਆਂ ਨੇ ਜਦੋਂ ਵਖਰੇਵਾਂ ਪੈ ਜਾਂਦਾ। ਬਿਲਕੁਲ। ਹੁਣ ਇੱਥੇ ਤੱਕ ਕੰਮ ਆ ਗਿਆ ਕਿ ਉਹਨਾਂ ਦੀ ਥਾਂ ਤੇ ਕਈ ਬੰਦੇ ਹੋਰ ਵੀ ਇਹਦਾ ਸਿਆਸੀ ਲਾਹਾ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਲੈਣਾ ਸ਼ੁਰੂ ਕਰਤਾ। ਉਹ ਆਪਣੇ ਆਪ ਹੁਣ ਉਹ ਤਖਤ ਸ੍ਰੀ ਪਟਨਾ ਸਾਹਿਬ ਤੋਂ ਹੀ ਵੇਖ ਲਓ ਆਪਣਾ ਬੋਲ ਰਹੇ ਨੇ, ਉਹਨਾਂ ਦਾ ਕੋਈ ਲੋੜ ਹੈ ਕਿ ਤੁਹਾਡੇ ਵਾਸਤੇ ਕਾਫੀ ਅਪਮਾਨਜਨਕ ਟਿੱਪਣੀਆਂ ਵੀ ਆਈਆਂ। ਤੁਹਾਡੇ ਵਾਸਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਰਾਗ ਨਹੀਂ ਪਤਾ, ਤੁਸੀਂ ਕੀਰਤਨ ਨਹੀਂ ਕਰ ਸਕਦੇ ਤਾਂ ਰਿਕਸ਼ੇ ਚਲਾਉਣ ਲੱਗ ਜਾਓ। ਇਹ ਗੱਲ ਹੈਡ ਗ੍ਰੰਥੀ ਅਕਾਲ ਤਖਤ ਦੇ ਨਹੀਂ ਜਥੇਦਾਰ ਨੇ ਕਹੀ, ਇਹ ਗੱਲ ਪਟਨਾ ਸਾਹਿਬ ਰਣਜੀਤ ਸਿੰਘ ਗੌਰ ਉਹਨਾਂ ਨੇ ਕਹੀ ਹੈ, ਉਹਨਾਂ ਦੇ ਵੱਲੋਂ ਆਈ ਹੈ। ਔਰ ਇਸ ਗੱਲ ਦਾ ਰੋਸ ਜਿਹੜਾ ਇਕੱਲੇ ਦਰਬਾਰ ਸਾਹਿਬ ਦੇ ਰਾਗੀਆਂ ਨੇ ਨਹੀਂ ਮਨਾਇਆ, ਇਸ ਗੱਲ ਦਾ ਰੋਸ ਸਮੁੱਚੇ ਵਿਸ਼ਵ ਵਿੱਚ ਵਸਦੇ ਰਾਗੀਆਂ ਨੇ ਮਨਾਇਆ ਵੀ ਇਹ ਗੱਲਾਂ ਸ਼ੋਭਦੀਆਂ ਨਹੀਂ, ਐਡੀ ਉੱਚੀ ਪਦਵੀ ਤੇ ਬਹਿ ਕੇ ਐਡੀ ਨੀਵੇਂ ਪੱਧਰ ਦੀ ਗੱਲ ਕਰਨੀ। ਪਰ ਜੇ ਹੁਣ ਉਹਨਾਂ ਦੇ ਨਾਲ ਵੇਖੋ ਮੀਡੀਆ ਨੇ ਗੱਲ ਕੀਤੀ ਹੈ ਵੀ ਤੁਸੀਂ ਆਪਣਾ ਪੱਖ ਰੱਖੋ ਤੇ ਤੁਸੀਂ ਆਪਣੇ ਜਿਹੜੇ ਬੋਲ ਆ ਤੁਹਾਡੇ ਠੀਕ ਨਹੀਂ ਆ ਤੇ ਤੁਸੀਂ ਵਾਪਸ ਲੈਨੇ ਜੀ। ਉਹ ਅੱਗੋਂ ਇਹ ਨਹੀਂ ਕਹਿੰਦੇ ਵੀ ਜੇ ਚਲੋ ਵੀ ਬੋਲਿਆ ਗਿਆ ਤੇ ਆਪਾਂ ਕਿਉਂ ਨਹੀਂ ਬੋਲਦੇ। ਉਹ ਕਹਿੰਦੇ ਮੈਂ ਕਿਉਂ ਵਾਪਸ ਲਊਂਗਾ ਬੋਲ, ਮੈਂ ਠੀਕ ਆ। ਫਿਰ ਇੱਕ ਵਾਰੀ ਨਹੀਂ ਉਹ ਬੋਲਦੇ, ਪਹਿਲੇ ਦਿਨ ਬੋਲਦੇ ਆ ਗਿੱਟਿਆਂ ਤੇ ਫੋਨ ਰੱਖਦੇ ਨੇ ਤੇ ਨਾਲ ਕਹਿੰਦੇ ਰਿਕਸ਼ੇ ਚਲਾ ਲੈਣ। ਬਿਲਕੁਲ। ਦੂਜੇ ਦਿਨ ਜਦੋਂ ਬੋਲਦੇ ਆ ਤੇ ਕਹਿੰਦੇ ਪੈਰਾਂ 'ਚ ਫੋਨ ਰੱਖਦੇ ਨੇ ਤੇ ਜੇ ਰਿਕਸ਼ੇ ਨਹੀਂ ਚਲਾਉਣੇ ਜਹਾਜ਼ ਚਲਾ ਲੈਣ। ਹੁਣ ਤੁਸੀਂ ਇਹਦਾ ਤਾਲਮੇਲ ਦੇਖੋ ਕਿੱਦਾਂ ਦਾ ਹੈਗਾ। ਜਹਾਜ਼ ਕਿਸ ਤਰ੍ਹਾਂ ਚਲਾ ਲਾਂਗੇ ਅਸੀਂ? ਜਹਾਜ਼ ਚਲਾਉਣ ਲਈ ਕਿੰਨੇ ਪੜ੍ਹਾਈਆਂ ਕਰਨੀਆਂ ਪੈਂਦੀਆਂ। ਬਿਲਕੁਲ। ਅਸੀਂ ਤਾਂ ਕੀਰਤਨੀ ਹੈ, ਰਿਕਸ਼ਾ ਤਾਂ ਚੱਲ ਫਿਰ ਵੀ ਅਣਸਿੱਖਿਆ ਬੰਦਾ ਚਲਾ ਸਕਦਾ, ਜਹਾਜ਼ ਚਲਾ ਲਾਂਗੇ ਅਸੀਂ? ਬੜਾ ਕਟਾਕਸ਼ ਭਰਿਆ ਬੋਲ ਆ ਨਾ, ਇਹੀ ਸਾਨੂੰ ਪ੍ਰਵਾਨ ਨਹੀਂ ਹੈ। ਇੱਕ ਤਾਂ ਗੱਲ ਇਹ ਆ ਵੀ ਤਖਤ ਜਿਹੜੇ ਹੁੰਦੇ ਨੇ, ਸਟੇਜਾਂ ਜਿਹੜੀਆਂ ਹੁੰਦੀਆਂ ਨੇ, ਉਹ ਗੁਰੂ ਦੀ ਗੱਲ ਕਰਨ ਵਾਸਤੇ ਹੁੰਦੀਆਂ ਨੇ, ਨਾ ਕਿ ਕਿਸੇ ਦਾ ਭੰਡੀ ਪ੍ਰਚਾਰ ਕਰਨ ਵਾਸਤੇ ਹੁੰਦੀਆਂ ਨੇ। ਬਿਲਕੁਲ। ਪਰ ਇਹ ਸਾਡੇ ਜਥੇਦਾਰ ਗਿਆਨੀ ਰਣਜੀਤ ਸਿੰਘ ਹੋਣਾ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ, ਜਿਹੜੀ ਸਟੇਜ ਤਖਤ ਤੋਂ ਜਿੱਥੋਂ ਮਾਨ ਸਨਮਾਨ ਰਾਗੀਆਂ ਨੂੰ ਦਿੱਤੇ ਜਾਂਦੇ ਆ, ਉੱਥੋਂ ਬਹਿ ਕੇ ਅਪਮਾਨ ਕੀਤੇ ਗਏ। ਭਾਈ ਸਾਹਿਬ ਦੋਵਾਂ ਚੀਜ਼ਾਂ ਨੂੰ ਸੋਚਣਾ ਪੈਣਾ ਹੈ, ਕਿਉਂਕਿ ਇੱਧਰੋਂ ਹੈੱਡ ਗ੍ਰੰਥੀ ਸਾਹਿਬ ਆ ਜਿਹੜੇ ਤੁਹਾਡੇ ਰਾਗ ਤੇ ਉਹਨਾਂ ਨੂੰ ਆਪੱਤੀ ਹੁੰਦੀ ਹੈ ਕਿ ਆਹ ਰਾਗ ਨਹੀਂ ਗਾਉਣਾ ਜੀ ਜਾਂ ਗਲਤ ਹੈ। ਜਿਸ ਤਰੀਕੇ ਦੀ ਵੀ ਤੁਹਾਡੇ ਨਾਲ ਘਟਨਾ ਵਾਪਰੀ, ਉਧਰੋਂ ਜਥੇਦਾਰ ਪਟਨਾ ਸਾਹਿਬ ਦੇ ਵੱਲੋਂ ਇਸ ਤਰੀਕੇ ਦੀ ਸ਼ਬਦਾਵਲੀ ਤੁਹਾਡੇ ਵਾਸਤੇ ਵਰਤੀ ਜਾਣੀ, ਇਹ ਸਿੱਧੇ ਇਲਜ਼ਾਮ ਉਹਨਾਂ ਤੇ ਸਮਝੀਏ ਜਾਂ ਕੋਈ ਸਵੈ ਮੰਥਨ ਕਰਨ ਦੀ ਜ਼ਰੂਰਤ ਵੀ ਹੈਗੀ ਹੈ ਤੁਹਾਡੇ ਵੱਲੋਂ ਵੀ?
ਨਹੀਂ, ਸਾਡੇ ਵੱਲੋਂ ਮੰਥਨ ਅਸੀਂ ਅੱਜ ਵੀ ਕਹਿੰਦੇ ਆ ਕਿ ਅਗਰ ਕੋਈ ਰਾਗਾਂ ਦਾ ਮਸਲਾ ਤੇ ਅਸੀਂ ਬਹਿ ਕੇ ਉਹਦਾ ਜਵਾਬ ਦੇਣ ਲਈ ਤਿਆਰ ਆ। ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਅਸੀਂ ਰਾਗ ਸੁਣਾ ਕੇ ਹੀ ਭਰਤੀ ਹੋਏ ਆ। ਅਸੀਂ ਮਿਸ਼ਨਰੀ ਕਾਲਜ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚੋਂ ਪੜ੍ਹ ਕੇ ਰਾਗ ਸਿੱਖ ਕੇ ਹੀ ਆਏ ਆ ਜੀ। ਮੰਥਨ ਦੀ ਲੋੜ ਇੱਥੇ ਹੈਗੀ ਆ ਵੀ ਜੇ ਤੱਕ ਕੋਈ ਰਾਗ ਦਾ ਜਾਣਕਾਰ ਬੰਦਾ ਸਾਨੂੰ ਸਵਾਲ ਕਰੇ ਤਾਂ ਸਾਡਾ ਮੰਥਨ ਸਹੀ ਹੋਊਗਾ ਜੀ। ਜਿਸ ਬੰਦੇ ਨੂੰ ਰਾਗ ਨਹੀਂ ਆਉਂਦੇ ਉਹ ਬੰਦਾ ਅਗਰ ਰਾਗਾਂ ਦੇ ਮਾਮਲੇ ਤੇ ਗੱਲ ਕਰੂਗਾ ਤੇ ਮਸਲਾ ਨਹੀਂ ਹੱਲ ਹੋ ਸਕਦਾ। ਨਾਲੇ ਆ ਜਿਹੜਾ ਮਸਲਾ ਅਸੀਂ ਚੁੱਕਿਆ ਰਾਗਾਂ ਦਾ ਮਸਲਾ ਨਹੀਂ ਚੁੱਕਿਆ ਸੀ, ਇਹਨੂੰ ਰੂਪ ਰਾਗਾਂ ਦਾ ਦਿੱਤਾ ਜਾ ਰਿਹਾ। ਕਾਰਨ ਕੋਈ ਹੋਰ ਹੈ? ਇੱਕ ਮਿੰਟ, ਇਹਨੂੰ ਰੂਪ ਰਾਗਾਂ ਦਾ ਦਿੱਤਾ ਜਾ ਰਿਹਾ। ਮਸਲਾ ਤੇ ਸਿੰਘ ਸਾਹਿਬ ਦੇ ਬੋਲ ਕਬੂਲ ਬੋਲਣ ਨੂੰ ਲੈ ਕੇ ਅਸੀਂ ਇਸ਼ੂ ਉਠਾਇਆ। ਬਿਲਕੁਲ, ਸਾਨੂੰ ਅੰਦਰ ਜਿਹੜੇ ਬੋਲ ਕਬੂਲ ਬੋਲੇ ਜਾਂਦੇ ਆ। ਬਿਲਕੁਲ, ਅਗਲਾ ਸਵਾਲ ਇਹ ਰਹਿਣ ਵਾਲਾ ਸੀ ਕਿ ਕਿਸ ਤਰੀਕੇ ਦੇ ਬੋਲ ਕਬੂਲ ਨੇ। ਇੱਕ ਵੱਖਰੀ ਚੀਜ਼ ਹੈ ਕਿ ਰਾਗ ਨੂੰ ਇਸ਼ੂ ਬਣਾ ਲਿਆ, ਪਰ ਤੁਹਾਡੇ ਨਾਲ ਕਿਸ ਤਰ੍ਹਾਂ ਦੀਆਂ ਹੋਰ ਵਧੀਕੀਆਂ ਤੁਹਾਡੇ ਕਹਿਣ ਦੇ ਮੁਤਾਬਕ ਕਿਸ ਤਰੀਕੇ ਦਾ ਤੁਹਾਨੂੰ ਅਪਮਾਨ ਇਸ ਤੋਂ ਪਹਿਲਾਂ ਸਹਿਣਾ ਪੈ ਰਿਹਾ ਸੀ? ਕੁਝ ਜਿਹੜੇ ਅਪਮਾਨਜਨਕ ਟਿੱਪਣੀਆਂ ਨੇ ਨਾ, ਤੁਸੀਂ ਸ਼੍ਰੋਮਣੀ ਰਾਗੀ ਸਭਾ ਪੇਜ ਆ ਸਾਡਾ ਰਾਗੀ ਸਿੰਘਾਂ ਦਾ ਜੀ, ਉਹਦੇ ਉੱਤੇ ਰਾਗੀਆਂ ਸਿੰਘਾਂ ਦੇ ਮੂੰਹ ਤੋਂ ਸੁਣੋਗੇ ਨਾ ਜੀ ਤੇ ਤੁਹਾਨੂੰ ਪਤਾ ਲੱਗ ਜਾਊਗਾ। ਕਈਆਂ ਰਾਗੀ ਸਿੰਘਾਂ ਨੂੰ ਅੰਦਰ ਬੈਠਿਆਂ ਟਾਈਮ ਟੇਬਲ ਤੋਂ ਟੋਕਿਆ ਗਿਆ ਜੀ। 1 ਮਿੰਟ ਉੱਤੇ ਜਾਂ ਥੱਲੇ ਹੋਇਆ ਫਰਜ਼ ਕਰ ਲਓ। ਉਹਦੇ ਵਿੱਚ ਕੀ ਆ ਵੀ ਜੇ ਹਰਿਮੰਦਰ ਸਾਹਿਬ ਆਸਾ ਦੀ ਵਾਰ ਲਾਉਂਦੇ ਆ ਹੁਕਮਨਾਮਾ ਕੋਈ 10 ਮਿੰਟ ਦਾ ਆ ਜੇ ਜੀ ਤਾਂ 10 ਮਿੰਟ ਲੱਗੇ, ਜੇ ਉਹੀ ਹੁਕਮਨਾਮਾ 20 ਮਿੰਟ ਦਾ ਆ ਜੇ ਤਾਂ ਟਾਈਮ ਘਟਿਆ ਨਾ। ਬਿਲਕੁਲ। ਤੇ ਜੇ ਕਰਦਿਆਂ ਅੱਧਾ ਮਿੰਟ 1 ਮਿੰਟ ਉੱਤੇ ਹੋ ਗਿਆ ਤੇ ਸਿੰਘ ਸਾਹਿਬ ਜੀ ਨੇ ਬੜੇ ਮਾੜੇ ਸ਼ਬਦਾਂ ਨਾਲ ਸੰਬੋਧਨ ਹੋ ਕੇ ਆਖਿਆ ਵੀ ਰਾਗੀ ਸਿੰਘਾਂ ਦੇ ਪੈਰਾਂ ਨੂੰ ਰੱਸੀ ਪਾ ਕੇ ਰੱਖਿਆ ਕਰੋ, ਜਦੋਂ ਅੱਗੇ ਜਾਣ ਲੱਗਣ ਤਾਂ ਖਿੱਚਿਆ ਕਰੋ, ਤੇ ਜੇ ਫੇਰ ਵੀ ਨਾ ਹਟਣ ਤੇ ਡਾਂਗ ਫੜ ਲਓ। ਇਹ ਰਾਗੀ ਭਾਈ ਕੁਲਦੀਪ ਸਿੰਘ ਨੇ ਬਿਆਨ ਦਿੱਤੇ ਆ ਜੀ। ਤੇ ਕਈਆਂ ਰਾਗੀਆਂ ਸਿੰਘਾਂ ਨਾਲ ਅਪਮਾਨਜਨਕ ਟਿੱਪਣੀਆਂ ਹੋਈਆਂ ਕਿ ਤੈਨੂੰ ਕਿਹੜੇ ਕੁੜੀ ਜਾਵੇ ਨੇ ਕੀਰਤਨ ਸਿਖਾਇਆ। ਇਹ ਭਾਈ ਬਿਕਰਮਜੀਤ ਸਿੰਘ ਰਾਗੀ ਆ, ਉਹਨਾਂ ਦੇ ਨਾਲ ਇਹ ਬਚਨ ਹੋਏ ਆ ਤੇ ਉਹ ਤੁਹਾਨੂੰ ਦੱਸ ਸਕਦੇ ਆ ਵੀ ਹੋਇਆ ਕਿ ਨਹੀਂ। ਭਾਈ ਬਿਕਰਮਜੀਤ ਬਹੁਤ ਕਹਿ ਲਓ ਕਿ ਸ਼ਬਦਾਵਲੀ ਨਾ ਸੁਣਨ ਯੋਗ ਹੈ, ਤੇ ਇੱਕ ਉਸ ਅਹੁਦੇ ਤੇ ਬਹਿ ਕੇ ਬੋਲੀ ਜਾਣੀ ਜਿੱਥੇ ਬਾਬਾ ਬੁੱਢਾ ਜੀ ਦੇ ਕਰਕੇ ਸਤਿਕਾਰ ਔਰ ਹੋਰ ਵੀ ਵੇਖੋ ਬਾਬਾ ਬੁੱਢਾ ਸਾਹਿਬ ਦੀ ਗੱਲ ਤੁਸੀਂ ਕੀਤੀ, ਦੇਖੋ ਉੱਥੇ ਹੋਰ ਵੀ ਤੇ ਰਾਗੀ ਸਿੰਘ ਸਾਹਿਬ ਹੈਗੇ ਆ, ਉਹ ਕਿਉਂ ਨਹੀਂ ਇਦਾਂ ਦਾ ਕੰਮ ਕਰਦੇ? ਉਹ ਤੇ ਵਿਚਾਰੇ ਬੜੇ ਆਨੰਦ ਨਾਲ ਕੀਰਤਨ ਸਰਵਣ ਕਰਦੇ ਆ ਜੀ, ਸਤਿਕਾਰ ਵੀ ਦਿੰਦੇ ਆ। ਅਸੀਂ ਉਹਨਾਂ ਦੇ ਅਗੇਂਸਟ ਕਿਉਂ ਨਹੀਂ ਬੋਲ ਰਹੇ ਜੀ? ਅਸੀਂ ਫਿਰ ਕਹਿ ਰਹੇ ਹਾਂ ਸਾਡਾ ਕਿਸੇ ਦਫ਼ਤਰ ਦੇ ਬੰਦੇ ਨਾਲ ਪ੍ਰੋਬਲਮ ਨਹੀਂ ਹੈ, ਕਿਸੇ ਸੇਵਾਦਾਰ ਨਾਲ ਨਹੀਂ ਹੈ, ਕਿਸੇ ਸਕੱਤਰ ਸਾਹਿਬ ਨਾਲ ਨਹੀਂ ਹੈ ਜੀ। ਸਾਡੀ ਪ੍ਰੋਬਲਮ ਇੱਕ ਬੰਦੇ ਨੇ ਕੀਤੀ ਕ੍ਰੀਏਟ, ਉਹਦਾ ਨਾਮ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੈ ਜੀ। ਹੁਣ ਇੰਨੇ ਦਿਨ ਸਾਨੂੰ ਹੋ ਗਏ, ਜੇ ਉਹ ਸੱਚੇ ਨੇ ਤੇ ਘੱਟੋ ਘੱਟ ਮੀਡੀਆ 'ਚ ਇੰਨਾ ਹੀ ਕਹਿ ਦੇਣ ਵੀ ਰਾਗੀ ਝੂਠ ਬੋਲਦੇ ਨੇ ਜੀ। ਸਾਨੂੰ ਕਿਸੇ ਬੰਨੇ ਤੋਂ ਕੁਝ ਪਤਾ ਲੱਗੇ ਵੀ ਅਸੀਂ ਸੱਚੇ ਆ ਕਿ ਝੂਠੇ ਆ। ਜਾਨੀ ਕੋਈ ਹਾਲੇ ਤੱਕ ਅਪਰੋਚ ਵੀ ਨਹੀਂ ਹੋਇਆ ਤੇ ਕਿਸੇ ਤਰ੍ਹਾਂ ਦੀ ਕੋਈ ਕਿੰਨੇ ਦਿਨ ਤੋਂ ਇਸ ਮਾਮਲੇ ਨੂੰ ਜਾਣ ਕੇ ਲਟਕਾਇਆ ਜਾ ਰਿਹਾ ਤੇ ਉਲਟਾ ਕਿਹਾ ਜਾ ਰਿਹਾ ਕਿ ਰਾਗੀ ਸਿੰਘ ਬਦਨਾਮੀ ਕਰਾ ਰਹੇ। ਅਸੀਂ ਕਿੱਥੇ ਬਦਨਾਮੀ ਕਰਾ ਰਹੇ? ਅਸੀਂ ਤਾਂ ਪਹਿਲੇ ਦਿਨ ਸੱਜੇ ਗੱਲ ਰੱਖੀ, ਫਿਰ ਥੋੜੀ ਜੀ ਤਾਂ ਖੜੀ ਭਈ ਮੀਡੀਆ 'ਚ ਵੀ ਅਸੀਂ ਹੁਣ ਆ ਕੇ ਬੋਲ ਰਹੇ ਹਾਂ, ਜਦੋਂ ਬਿਲਕੁਲ ਸਾਰੇ ਬੰਨੇ ਤੇ ਨਾ ਹੋ ਗਈ ਆ ਵੀ ਅਸੀਂ ਤੁਹਾਡਾ ਹੱਲ ਨਹੀਂ ਕਰਾ ਸਕਦੇ। ਉਹ ਤੋਂ ਪਹਿਲਾਂ ਤੇ ਅਸੀਂ ਕਿੰਨਾ ਇੱਥੇ ਕੰਟਰੋਲ ਰੱਖਿਆ, ਮੀਡੀਆ ਸਾਨੂੰ ਕੁਰੇਦਾ ਵੀ ਰਿਹਾ ਅੰਦਰੋਂ ਵੀ ਬੋਲੋ ਕੁਛ। ਅਸੀਂ ਕਹਿੰਦੇ ਹੁੰਦੇ ਸੀ ਨਹੀਂ ਸਾਡਾ ਮਾਮਲਾ ਅਕਾਲ ਤਖਤ ਤੇ ਆ ਜੀ, ਅਸੀਂ ਕੁਝ ਨਹੀਂ ਸੀ ਬੋਲਦੇ ਹੁੰਦੇ ਭਾਈ ਸਾਹਿਬ। ਅਸੀਂ ਨਹੀਂ, ਇਹ ਹੁਣ ਸਾਡਾ ਕਸੂਰ ਭਾਵੇਂ ਬਣਾ ਦੇਣ ਉਹ ਗੱਲ ਵੱਖਰੀ ਆ, ਪਰ ਅਸੀਂ 6 ਸਾਲਾਂ ਤੋਂ ਇਸ ਕੰਮ ਨੂੰ ਚੱਲਦੇ ਆਏ ਆ। ਹੁਣ ਆਣ ਕੇ ਹੀ ਮੀਡੀਆ ਦੱਸਿਆ। ਅਕਾਲ ਤਖਤ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਆਪਣੀ ਬੇਨਤੀ ਲੈ ਕੇ ਗਏ ਹੋ ਕਿ ਇਸ ਤਰੀਕੇ ਸਾਡੇ ਨਾਲ ਹੋ ਰਹੀ ਹੈ? ਮੀਡੀਆ ਦੇ ਰਾਹੀਂ ਭਾਈ ਸਾਹਿਬ ਅਸੀਂ ਬੇਨਤੀ ਪੱਤਰ ਲੈ ਕੇ ਗਏ ਆ ਔਰ ਮੀਡੀਆ ਨੂੰ ਬਾਹਰ ਆਣ ਕੇ ਸਿਰਫ ਇੰਨੀ ਗੱਲ ਦੱਸੀ ਸੀ ਕਿ ਹੈਡ ਗ੍ਰੰਥੀ ਸਾਹਿਬ ਦੇ ਨਾਲ ਸਾਡਾ ਕੋਈ ਮਤਭੇਦ ਆ ਤੇ ਉਹਦੇ ਵਾਸਤੇ ਅਸੀਂ ਚਿੱਠੀ ਦੇਤੀ ਆ ਜੀ। ਇਹ ਤੋਂ ਬਾਅਦ ਕੋਈ ਪੱਤੇ ਖੋਲੇ ਨਹੀਂ ਸੀ ਅਸੀਂ। ਔਰ ਉਸ ਤੋਂ ਬਾਅਦ ਜੇ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਡੇ ਨਿਆਂ ਕਰਾ ਦਿੰਦੇ, ਦੋਵਾਂ ਨੂੰ ਆਹਮਣੇ ਸਾਹਮਣੇ ਬਿਠਾ ਕੇ ਪੁੱਛ ਲੈਂਦੇ ਤੇ ਕੋਈ ਮਸਲਾ ਜਾਣਾ ਨਹੀਂ ਕਿਤੇ। ਪ੍ਰੋਬਲਮ ਇੱਥੇ ਹੈਗੀ ਆ ਕਿ ਨਾ ਤਾਂ ਕੋਈ ਜਥੇਬੰਦੀ ਆਣ ਕੇ ਇਹ ਗੱਲ ਕਰ ਸਕੀ ਵੀ ਆਓ ਵੀ ਆਹਮਣੇ ਸਾਹਮਣੇ ਬੈਠੋ ਤੇ ਦੋਵਾਂ ਧਿਰਾਂ ਦੀ ਸੁਣਦੇ ਆ ਜੀ, ਤੇ ਦੋਵਾਂ ਧਿਰਾਂ ਦੀ ਸੁਣ ਕੇ ਜਿਹੜਾ ਸੱਚਾ ਸੀ ਉਹਨੂੰ ਸੱਚਾ ਕਹਿ ਦਿੰਦੇ ਤੇ ਜਿਹੜਾ ਝੂਠਾ ਸੀ ਉਹਨੂੰ ਝੂਠਾ ਕਹਿ ਦਿੰਦੇ। ਭਾਵ ਮੇਰਾ ਇਹ ਨਹੀਂ ਵੀ ਉਹ ਤੋਂ ਮਾਫੀ ਮੰਗਾ ਲੈਂਦੇ ਜੀ, ਬਸ ਉਹਨੂੰ ਕਹਿ ਦਿੰਦੇ ਘੱਟੋ ਘੱਟ ਵੀ ਅੱਗੇ ਤੋਂ ਆ ਕੰਮ ਤੁਸੀਂ ਨਹੀਂ ਕਰ ਸਕਦੇ ਜੀ। ਬਿਲਕੁਲ। ਪਰ ਦੋਵਾਂ ਇਹ ਸੱਚ ਜੇ ਦੋਵਾਂ ਧਿਰਾਂ ਦਾ ਉਹ ਪਾੜ ਕੇ ਹੀ ਰੱਖਿਆ ਗਿਆ
ਕਿਸੇ ਨੇ ਸਾਨੂੰ ਸਾਹਮਣੇ ਨਾ ਇਹ ਕੋਸ਼ਿਸ਼ ਵੱਡੇ ਸਾਡੇ ਗ੍ਰੰਥੀ ਸਾਹਿਬ ਨੇ ਕੀਤੀ ਹੈ। ਜੀ। ਇੱਕ ਆਵਾਜ਼ ਵੀ ਉਹ ਮਾਰੀ ਹੁੰਦੀ ਉਹਨਾਂ ਨੇ ਵੀ ਬੇਟਾ ਨਾ ਜਾਓ ਅਕਾਲ ਤਖਤ ਸਾਹਿਬ। ਜਦੋਂ ਇੱਕ ਦਿਨ ਪਹਿਲਾਂ ਪਤਾ ਲੱਗ ਚੁੱਕਾ ਸੀ ਵੀ ਰਾਗੀ ਸਿੰਘ ਅਕਾਲ ਤਖਤ ਚੱਲੇ ਆ ਹੈਡ ਗ੍ਰੰਥੀ ਸਾਹਿਬ ਦੇ ਮਸਲੇ ਨੂੰ ਲੈ ਕੇ, ਇੱਕ ਫੋਨ ਕਰ ਦਿੰਦੇ ਨਾ ਕਿ ਬੱਚਿਓ ਤੁਸੀਂ ਨਾ ਜਾਓ, ਆਓ ਮੇਰੇ ਨਾਲ, ਮੈਂ ਦਰਸ਼ਨ ਜੋੜੀ ਆਉਣਾ, ਆਪਾਂ ਬਹਿ ਕੇ ਗੱਲ ਕਰਦੇ ਹਾਂ। ਬਿਲਕੁਲ। ਮੈਂ ਮੈਂ ਤੁਹਾਨੂੰ ਦਾਅਵਾ ਕਰਦਾ ਕੋਈ ਰਾਗੀ ਸਿੰਘ ਉਹਨਾਂ ਦੇ ਅਗੇਂਸਟ ਨਹੀਂ ਜਾ ਸਕਦਾ ਸੀ। ਅਸੀਂ ਅੱਜ ਵੀ ਕਹਿੰਦੇ ਆ ਅਸੀਂ ਉਹਨਾਂ ਤੇ ਕੋਈ ਜ਼ਮੀਨ ਦਾ ਸਾਡਾ ਕੋਈ ਰੌਲਾ ਥੋੜੀ ਹੈ। ਬਿਲਕੁਲ। ਸਾਡੀ ਵਿਚਾਰਕ ਮਤਭੇਦ ਨੇ। ਉਹਨਾਂ ਨੇ ਆਪਣੇ ਘਰ ਨੂੰ ਕੈਂਚੀ ਗੇਟ ਲਾਏ ਹੋਏ ਨੇ। ਕੋਈ ਰਾਗੀ ਸਿੰਘ ਆਪਣਾ ਫਰਿਆਦ ਲੈ ਕੇ ਜਾਂਦਾ ਤੇ ਕੈਂਚੀ ਗੇਟ ਤੋਂ ਗਾਂਹ ਨਹੀਂ ਲੰਘ ਸਕਦਾ। ਲਓ ਤੁਸੀਂ ਮੀਡੀਆ ਵਾਲੇ ਹੋ, ਜਾਓ ਤੁਸੀਂ ਪੱਖ ਸੁਣਨ ਜਾਓਗੇ ਨਾ, ਤੁਹਾਨੂੰ ਕੈਂਚੀ ਗੇਟ ਤੋਂ ਗਾਂਹ ਕਿਸੇ ਨੇ ਜਾਣ ਹੀ ਨਹੀਂ ਦੇਣਾ ਜੀ। ਫਿਰ ਕਿੱਥੇ ਜਾਈਏ ਅਸੀਂ, ਦੱਸੋ ਕੌਣ ਸੁਣੇਗਾ ਸਾਡੀ? ਜਥੇਦਾਰ ਸਾਹਿਬ ਕੋਲੇ ਤੁਸੀਂ ਦੱਸਿਆ ਕਿ ਅਸੀਂ ਅਪੀਲ ਲੈ ਕੇ ਪਹੁੰਚੇ ਹਾਂ। ਜਥੇਦਾਰ ਸਾਹਿਬ ਦੇ ਵੱਲੋਂ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਂ ਕੀਤੀ ਨਹੀਂ ਗਈ ਤਾਂ ਕਾਰਨ ਕੀ ਸਮਝਦੇ? 16 ਦਿਨ ਪੈਣ ਤੋਂ ਬਾਅਦ ਸਾਨੂੰ ਜਥੇਦਾਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੈਂ 1-2 ਦਿਨਾਂ 'ਚ ਤੁਹਾਡਾ ਮਸਲਾ ਹੱਲ ਕਰਵਾ ਦਾਂਗਾ। 16 ਦਿਨਾਂ ਤੋਂ ਬਾਅਦ ਵੀ ਅਸੀਂ ਗਏ ਸਾਂ ਤੇ ਸਾਨੂੰ ਉਹਨਾਂ ਨੇ ਇਹ ਕਹਿ ਕੇ ਮੋੜਤਾ ਸੀ ਵੀ ਹੈਡ ਗ੍ਰੰਥੀ ਸਾਹਿਬ ਮੇਰੇ ਤੋਂ ਵੱਡੀ ਪੋਸਟ ਤੇ ਹੈਗੇ ਨੇ ਜੀ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਤਲਬ ਨਹੀਂ ਕਰ ਸਕਦੇ। ਤਲਬ ਵੀ ਨਾ ਕਰਦੇ ਸੀ, ਕਦੋਂ ਕਿਹਨੇ ਤਲਬ ਕਰਦੇ ਜੀ, ਕੁਛ ਵੀ ਨਾ ਦੱਸਦੇ। ਗੱਲ ਤਾਂ ਅੰਦਰ ਸੀ ਨਾ, ਦੋਵਾਂ ਤਰ੍ਹਾਂ ਨੂੰ ਬਿਠਾ ਤੇ ਸਕਦੇ ਸੀ ਜੀ। ਇਹ ਕੋਈ ਤਲਬ ਕਰਨ ਥੋੜੀ ਹੁੰਦਾ ਜੀ, ਕੋਈ ਦੋ ਮਤਭੇਦ ਹੋ ਹੀ ਗਏ ਨੇ, ਅਸੀਂ ਕਦੋਂ ਕਹੀ ਨਹੀਂ ਸੀ ਉਹਨਾਂ ਨੂੰ ਤੁਸੀਂ ਇਦਾਂ ਕਰ ਦਿਓ। ਸਮਝੌਤਾ ਕਰਾਉਣ ਦੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਕਿਸੇ ਹੋਰ ਸਿੱਖ ਪੰਥਕ ਜਥੇਬੰਦੀ ਦੇ ਜਥੇਦਾਰਾਂ ਨੇ ਇਕੱਠੇ ਬੈਠੇ ਸੀ ਜਿੱਦਣ ਅਸੀਂ ਦੁਬਾਰਾ ਪੁੱਛਣ ਗਏ ਆ ਜੀ। ਸਿਰ ਫਿਰਤਾ ਸੀ ਵੀ ਉਹ ਨਹੀਂ ਇੱਥੇ ਆ ਸਕਦੇ। ਫਿਰ ਕੀ ਕਰੀਏ ਦੱਸੋ ਅਸੀਂ ਜੀ? ਸਾਨੂੰ ਤਕਲੀਫ ਆ ਉਹਨਾਂ ਦੇ ਬੋਲ ਬਾਣੀ ਤੋਂ, ਉਹਨਾਂ ਦੇ ਰਵੱਈਏ ਤੋਂ ਜੀ। ਉਹ ਬਣਾਈ ਜਾਂਦੇ ਨੇ ਰਾਗਾਂ ਤੇ। ਹੁਣ ਇਹ ਗੱਲ ਨੂੰ ਕਿੱਥੇ ਜਾ ਕੇ ਸਿੱਧ ਕਰੀਏ ਦੱਸੋ? ਦੀਵਾਨ ਹਾਲ ਮੰਜੀ ਸਾਹਿਬ ਦੇ ਵੱਲੋਂ ਵੀ ਇੱਕ ਇਦਾਂ ਦਾ ਬਿਆਨ ਆਉਂਦਾ ਹੈ ਅਪਮਾਨਜਨਕ, ਤੁਹਾਡੇ ਤੇ ਕੁਝ ਸ਼ਬਦਾਵਲੀ ਬੋਲੀ ਜਾਂਦੀ ਹੈ, ਕੀ ਸੀ ਪੂਰਾ ਮਾਮਲਾ? ਪਹਿਲਾਂ ਕੰਮ ਖਰਾਬ ਕੀਤਾ ਗਿਆਨੀ ਰਣਜੀਤ ਸਿੰਘ ਗੌਰ ਸਾਹਿਬ ਜਿਹੜੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਨੇ ਜੀ। ਕਿਉਂਕਿ ਜਿਸ ਦਿਨ ਅਕਾਲ ਤਖਤ ਸਾਹਿਬ ਤੋਂ ਨਾ ਹੋ ਗਈ ਸੀ, ਮਸਲਾ ਨਹੀਂ ਵਿਚਾਰਿਆ ਜਾਣਾ, ਤੇ ਅਸੀਂ ਚੁੱਪ ਕਰ ਗਏ ਸਾਂ ਜੀ। ਸਾਡੇ ਸਕੱਤਰ ਸਾਹਿਬ ਤੇ ਸਾਡੇ ਮੈਨੇਜਰ ਸਾਹਿਬ ਤੇ ਹੋਰ ਉੱਚ ਅਧਿਕਾਰੀਆਂ ਨੇ ਸਾਡੇ ਨਾਲ ਗੱਲ ਕੀਤੀ, ਕਹਿਣ ਲੱਗੇ ਚਲੋ ਜਾਣੇ ਤੁਸੀਂ ਛੱਡ ਦਿਓ ਗੱਲ ਨੂੰ ਜੀ ਤੇ ਤੁਸੀਂ ਰੁਕ ਜਾਓ, ਅਸੀਂ ਵੀ ਵਿੱਚ ਪੈ ਕੇ ਥੋੜਾ ਬਹੁਤਾ ਵੇਖਦੇ ਹਾਂ ਵੀ ਜੇ ਅਸੀਂ ਹੱਲ ਕਰ ਸਕਦੇ ਹੋ ਜੀ। ਚੁੱਪ ਕਰ ਗਏ ਰਾਗੀ ਸਿੰਘ, ਕੋਈ ਬੋਲ ਵੀ ਨਹੀਂ ਰਿਹਾ ਸੀ, ਕੋਈ ਪੋਸਟ ਨਹੀਂ ਪਾ ਰਿਹਾ ਸੀ। ਤਖਤ ਪਟਨਾ ਸਾਹਿਬ ਦੇ ਜਥੇਦਾਰ ਨੇ ਬਿਨਾਂ ਵਜ੍ਹਾ ਇਸ ਵਿੱਚ ਬਲ ਦੀ ਅੱਗ 'ਚ ਤੇਲ ਪਾ ਦਿੱਤਾ। ਆ ਕੇ ਰਾਗੀਆਂ ਨੂੰ ਕਹਿਤਾ ਜੇ ਤੁਹਾਡੇ ਤੋਂ ਕੀਰਤਨ ਨਹੀਂ ਹੁੰਦਾ ਤੇ ਰਿਕਸ਼ੇ ਚਲਾ ਲਓ ਜੀ। ਕਿਆ ਕਿਉਂ? ਕੀ ਲੋੜ ਸੀ? ਉਹਨਾਂ ਨੇ ਕਥਾ ਕਰੋ ਗੁਰੂ ਸਾਹਿਬ ਦੀ ਜੀ, ਕਥਾ ਕਰੋ ਗੁਰੂ ਦੇ ਪ੍ਰਸੰਗ ਦੀ। ਰਾਗੀਆਂ ਨੂੰ ਭੰਡਣ ਵਾਸਤੇ ਸਟੇਜਾਂ ਨਹੀਂ ਹੁੰਦੀਆਂ ਜੀ। ਫਿਰ ਕਹਿਤਾ ਰਾਗੀ ਗਿੱਟਿਆਂ ਦੇ ਫੋਨ ਰੱਖਦੇ ਨੇ। ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ, ਕਿਸੇ ਸੰਗਤ ਦੇ ਬੰਦੇ ਨੇ ਦਰਬਾਰ ਸਾਹਿਬ 'ਚ ਕਿਸੇ ਰਾਗੀ ਨੂੰ ਫੋਨ ਰੱਖਿਆ ਵੇਖਿਆ ਹੋਵੇ ਤੇ ਦੱਸਣ। ਹਾਂ, ਬਾਹਰ ਕਦੀ ਜਾਂਦੇ ਅਸੀਂ ਕੀਰਤਨ ਕਰਨ, ਕੋਈ ਘਰ ਵਾਲਿਆਂ ਦੀ ਸ਼ਰਧਾ ਹੁੰਦੀ ਹੈ ਕਿਸੇ ਵੇਲੇ ਵੀ ਆਹ ਸ਼ਬਦ ਹੀ ਸੁਣਨਾ ਜੀ। ਹੁਣ ਅਸੀਂ ਕੰਪਿਊਟਰ ਤਾਂ ਹੈ ਨਹੀਂ ਹੈ, ਬਿਲਕੁਲ ਮੰਗ ਉਹਨੇ ਕਰ ਦਿੱਤੀ ਹੈ ਉਹਦਾ ਦਿਲ ਰੱਖਣ ਲਈ। ਜੇ ਕਿਸੇ ਨੇ ਵੇਖ ਕੇ ਸ਼ਬਦ ਪੜ੍ਹ ਲਿਆ, ਉਹ ਬੱਜਰ ਕਰਾਇਤ ਕਿੱਥੇ ਆ ਜੀ? ਫਿਰ ਵਾਜੇ ਤੇ ਫੋਨ ਰੱਖਿਆ ਹੁੰਦਾ, ਗਿੱਟਿਆਂ ਦੇ ਤੇ ਰੱਖਿਆ ਹੀ ਨਹੀਂ ਹੁੰਦਾ। ਇਹ ਆਪ ਸਗੋਂ ਮਹਾਰਾਜ ਦੀ ਹਜ਼ੂਰੀ 'ਚ ਇਹਨਾਂ ਨੇ ਇੱਕ ਵਾਰੀ ਲਾਈਵ ਕਿਤੇ ਕੀਤਾ ਪਟਨਾ ਸਾਹਿਬ ਤੋਂ ਕਿਸੇ ਸਮਾਗਮ ਦੇ ਦੌਰਾਨ, ਤਾਂ ਤੁਸੀਂ ਚੈੱਕ ਕਰ ਲਓ, ਆਪ ਉਹਨਾਂ ਗਿੱਟਿਆਂ ਤੇ ਫੋਨ ਰੱਖਿਆ ਹੋਇਆ, ਇਹ ਲਾਈਵ ਦਿਖਦਾ ਪਿਆ ਜਥੇਦਾਰ ਰਣਜੀਤ ਸਿੰਘ ਜੀ ਦਾ। ਪਰ ਉਲਟਾ ਉਹਨਾਂ ਨੇ ਇਸ ਠੰਡੇ ਹੋਏ ਮਸਲੇ ਨੂੰ ਤੂਲ ਦੇਤੀ। ਉਸ ਦਿਨ ਦੇ ਰਾਗੀ ਸਿੰਘਾਂ ਨੇ ਕਿਹਾ ਕੀ ਇਹ ਅਪਮਾਨਜਨਕ ਹੈ ਗਿੱਟਿਆਂ ਤੇ ਫੋਨ ਰੱਖਣਾ ਭਾਜੀ? ਸਿੱਖ ਮਰਿਆਦਾ ਦੇ ਅਨੁਸਾਰ ਮੈਂ ਕਹਿੰਦਾ ਵੀ ਫਿਰ ਐ ਤਾਂ ਕੋਈ ਬਾਥਰੂਮ ਜਾਂਦਾ, ਟਾਇਲਟ ਜਾਂਦਾ, ਉਹਦੇ ਜੇਬ 'ਚ ਫੋਨ ਨਹੀਂ ਹੁੰਦਾ ਕੀ ਉਹ ਬੜਾ ਸਤਿਕਾਰਯੋਗ ਹੁੰਦਾ? ਇਹ ਤਾਂ ਫੋਨ ਹੈ। ਫੋਨ ਤੇ ਐਸੇ ਥਾਵਾਂ ਤੇ ਵੀ ਪਿਆ ਹੁੰਦਾ ਵੀ ਤੁਸੀਂ ਉਧਰ ਨੂੰ ਪੈਰ ਕੀਤੇ ਹੁੰਦੇ ਆ ਜੀ। ਗਲਤ ਹੈ ਨਾ ਸਾਰਾ ਕੁਝ। ਮੈਂ ਕਹਿੰਦਾ ਇਹ ਮੁੱਦਾ ਹੀ ਨਹੀਂ ਸੀ, ਉਹਨਾਂ ਨੇ ਜਾਣ ਕੇ ਉਠਾਇਆ ਤੇ ਗੱਲ ਨੂੰ ਹਵਾ ਮਿਲ ਗਈ। ਫਿਰ ਰਾਗੀ ਸਿੰਘਾਂ 'ਚ ਭੜ ਕੇ ਰੋ ਉੱਠਿਆ ਵੀ ਸਾਡੀ ਸੁਣਵਾਈ ਤਾਂ ਪਹਿਲਾਂ ਨਹੀਂ ਹੋਈ ਸੀ, ਹੁਣ ਇਹਨਾਂ ਨੇ ਤਖਤ ਤੋਂ ਬਹਿ ਕੇ ਵੀ ਇਹ ਕੰਮ ਸ਼ੁਰੂ ਕਰ ਦਿੱਤਾ। ਅਜੇ ਉਹ ਗੱਲ ਵੀ ਠੰਡੀ ਨਹੀਂ ਹੋਈ, ਅਜੇ ਉਹ ਮਸਲਾ 2 ਦਿਨ ਪਹਿਲਾਂ ਚੱਲਦੇ ਨੂੰ ਅਜੇ ਪੂਰਾ ਭਖਿਆ ਹੋਇਆ ਸੀ ਵੀ ਆਪਣੇ ਸ਼ਬਦ ਜਿਹੜੇ ਇਹਨੂੰ ਵਾਪਸ ਲੈਣੇ ਚਾਹੀਦੇ। ਵੇਖੋ, ਮਾਫੀ ਮੰਗਣ ਨੂੰ ਫਿਰ ਵੀ ਨਹੀਂ ਕਿਸੇ ਰਾਗੀ ਨੇ ਕਿਹਾ, ਆਪਣੇ ਅਪਮਾਨਜਨਕ ਸ਼ਬਦ ਜਿਹੜੇ ਵਾਪਸ ਲੈਣਾ ਉੱਥੋਂ ਬੈਠਿਆਂ ਕਹਿ ਦੇਣ ਵੀ ਜੇ ਮੇਰੇ ਤੋਂ ਬੋਲੇ ਗਏ ਮੈਂ ਵਾਪਸ ਲੈਣਾ, ਮੈਂ ਮਹਿਸੂਸ ਕਰਦਾ ਜੀ। ਹੁਣ ਉਹ ਅਜੇ ਹੱਲ ਨਹੀਂ ਹੋਇਆ ਤੇ ਇੱਥੋਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਇੱਕ ਕੋਈ ਕਥਾਵਾਚਕ ਹੈ ਜੀ, ਜਿਸ ਬੰਦੇ ਨੇ ਰਾਗੀ ਸਿੰਘਾਂ ਨੂੰ ਫਿਰ ਇੰਨਾ ਭੰਡਿਆ ਵੀ ਮਸੰਦ ਤੱਕ ਕਹਿ ਦਿੱਤਾ
ਮੈਂ ਉਸ ਕਥਾਵਾਚਕ ਵੀਰ ਨੂੰ ਬੇਨਤੀ ਕਰਦਾ, ਸਾਰੇ ਕਥਾਵਾਚਕ ਮਾੜੇ ਨਹੀਂ ਹੈ ਜੀ। ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਕਥਾਵਾਚਕਾਂ ਨੂੰ ਵੀ ਵੱਖਰੀ ਧਿਰ ਬਣਾ ਦੇਣਾ ਚਾਹੁੰਦੇ ਸਾਡੇ ਨਾਲ ਫਸਾਦ ਕਰਾਉਣ ਲਈ। ਮੈਂ ਸਾਰਿਆਂ ਨੂੰ ਕਥਾਵਾਚਕਾਂ ਨੂੰ ਬੇਨਤੀ ਕਰਦਾ ਵੀ ਇੰਜ ਨਾ ਲੈ ਜਾਓ ਵੀ ਅਸੀਂ ਤੁਹਾਡੇ ਅਗੇਂਸਟ ਬੋਲ ਰਹੇ ਹਾਂ, ਪਰ ਜਦੋਂ ਕਥਾਵਾਚਕ ਉੱਥੇ ਕੋਈ ਕਥਾ ਕਰੇ ਉਹਨੂੰ ਇਸ ਮਰਜ਼ਾਦਾ ਦਾ ਖਿਆਲ ਰੱਖਣਾ ਚਾਹੀਦਾ ਵੀ ਉਹਨੂੰ ਗੁਰੂ ਦੀ ਗੱਲ ਕਰਨ ਵਾਸਤੇ ਸਟੇਜ ਮਿਲੀ, ਉਹਨੇ ਬਿਨਾਂ ਵਜ੍ਹਾ ਫੇਰ ਲੱਤ ਫਸਾਈ ਵਿੱਚ ਕਹਿਤਾ ਰਾਗੀ ਭੇੜੀ ਭੇਟਾ ਮੰਗਦੇ ਨੇ, ਰਾਗੀ ਮਗਦੇ ਬਣ ਗਏ ਨੇ, ਰਾਗੀ ਇਸ ਤਰ੍ਹਾਂ ਰਾਗੀ ਉਸ ਤਰ੍ਹਾਂ, ਤੇ ਕਹਿਤਾ ਮਸੰਦ ਬਣ ਗਏ ਨੇ ਜੀ। ਕਹਿੰਦਾ ਇਹਨਾਂ ਨੂੰ ਰਹਿائش ਚੰਗੀ ਚਾਹੀਦੀ। ਹੁਣ ਤੁਸੀਂ ਦੱਸੋ ਵੀ ਰਹਿائش ਕਿਹਨੂੰ ਨਹੀਂ ਚੰਗੀ ਚਾਹੀਦੀ ਅੱਜ ਦੇ ਯੁੱਗ 'ਚ? ਬਿਲਕੁਲ। ਇਹ ਇਦਾਂ ਦੀਆਂ ਗੱਲਾਂ ਨੂੰ ਉਹਨੇ ਹਵਾ ਦਿੱਤੀ ਤੇ ਮੈਨੂੰ ਤਾਂ ਇਉਂ ਲੱਗਦਾ ਵੀ ਉਹ ਪਤਾ ਨਹੀਂ ਕਿਸ ਲਾਲਚ ਵਿੱਚ ਆਣ ਕੇ ਉਹਨੇ ਇਹ ਗੱਲ ਕੀਤੀ, ਜਦ ਕਿ ਕਥਾ ਤੇ ਉਹ ਵੀ ਕਰਦਾ। ਕੱਲ ਨੂੰ ਉਹਨੇ ਵੀ ਜਾਣਾ ਵਾ ਬਾਹਰ ਕਥਾ ਕਰਨ, ਕਿ ਉਹਨੂੰ ਟ੍ਰੇਨ ਦੀ ਟਿਕਟ ਚੰਗੀ ਨਹੀਂ ਚਾਹੀਦੀ, ਕਿ ਉਹ ਜਰਨਲ ਡੱਬੇ 'ਚ ਬੈਠ ਜਾਊਗਾ ਜੀ, ਕਿ ਉਹ ਏਸੀ 'ਚ ਨਹੀਂ ਜਾਊਗਾ, ਕਿ ਉਹਨੂੰ ਦੂਰ ਜਾਣਾ ਤੇ ਜਹਾਜ਼ ਦੀ ਟਿਕਟ ਨਹੀਂ ਲਊਗਾ, ਬਿਲਕੁਲ, ਕਿ ਉਹ ਖੁਦ ਬੰਦਾ ਆਪ ਜਿਹੜਾ ਕਥਾਵਾਚਕ ਹੈ ਭਲ ਕੇ ਕਿਤੇ ਭੇਟਾ ਨਹੀਂ ਮੰਗੂਗਾ। ਵਿਵਾਦ ਤੇ ਬੜਾ। ਉਸ ਬੰਦੇ ਨੇ ਬਿਨਾਂ ਵਜ੍ਹਾ ਤੋਂ ਇਸ ਗੱਲ ਨੂੰ ਤੂਲ ਦੇ ਕੇ ਤੇ ਮਾਮਲਾ ਫਿਰ ਗਰਮ ਕਰ ਦਿੱਤਾ। ਅੱਜ ਤੁਸੀਂ ਵੇਖੋ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਰਾਗੀ ਜਿਹੜੇ ਆ, ਬਿਲਕੁਲ ਮੇਰਾ ਸਵਾਲ ਉਹੀ ਸੀ ਕਿ ਉਹ ਵੀ ਤੁਹਾਡੇ ਹੱਕ 'ਚ ਆ ਕੇ ਖੜੇ ਹੋਏ ਆ। ਵੇਖੋ ਉਹ ਇੰਨੇ ਵਧੀਆ ਇਨਸਾਨ ਨੇ ਵੀ ਉਹਨਾਂ ਨੂੰ ਵੇਖ ਕੇ ਅਸੀਂ ਕੀਰਤਨ ਸਿੱਖਿਆ। ਸੱਚ ਜੇ ਉਂਝ ਅਸੀਂ ਪਹਿਲਾਂ ਢੋਲਕੀਆਂ ਚਿਮਟਿਆਣਾ ਪਿੰਡਾਂ 'ਚ ਕੀਰਤਨ ਜਿਵੇਂ ਕੋਈ ਕਰਦੇ ਨਾ, ਬਿਲਕੁਲ ਸ਼ਬਦ ਚੌਂਕੀਆਂ, ਅਸੀਂ ਉਦਾਂ ਹੀ ਕਰਦੇ ਹੁੰਦੇ ਸੀ। ਸਾਡੇ ਘਰ ਵਿੱਚ ਪਹਿਲੀ ਟੇਪ ਆਉਂਦੀ ਹੈ ਡੈਲਟਨ ਕੰਪਨੀ ਦੀ, ਤੇ ਉਹਦੇ ਵਿੱਚ ਭਾਈ ਸਾਹਿਬ ਦੀ ਟੇਪ ਖਰੀਦਣ ਦੇ ਕਰਕੇ ਉਹਨਾਂ ਇੱਕ ਕੈਸਟ ਦਿੱਤੀ ਸੀ, ਗੱਲੀ ਜੋਗ ਨਾ ਹੋਏ। ਅਸੀਂ ਉਹਨੂੰ ਸੁਣ ਕੇ ਨਾ ਮਹਾਰਾਜ ਸਾਡੇ ਅੰਦਰ ਚਾਅ ਪੈਦਾ ਹੋਇਆ ਵੀ ਨਹੀਂ ਇਦਾਂ ਦਾ ਵੀ ਕੀਰਤਨ ਸਿੱਖਣਾ ਚਾਹੀਦਾ। ਜਿਸ ਰਾਗੀ ਸਿੰਘ ਨੂੰ ਭਾਈ ਸਾਹਿਬ ਦੀ ਉਪਾਧੀ ਨਾਲ ਵੀ ਨਵਾਜਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੀ, ਉਹਨਾਂ ਨੂੰ ਉਹ ਵਿਚਾਰੇ ਬੋਲੇ ਨਹੀਂ ਸੀ ਪਹਿਲਾਂ। ਅੱਜ ਮੈਨੂੰ ਪਤਾ ਲੱਗਾ ਵੀ ਉਹ ਵੀ ਖੁੱਲ੍ਹ ਕੇ ਬੋਲੇ ਨੇ ਵੀ ਇਸ ਕਥਾਵਾਚਕ ਨੇ ਮੇਰਾ ਦਿਲ ਦੁਖਾਇਆ ਜੀ। ਭਾਈ ਹਰਜਿੰਦਰ ਸਿੰਘ ਕਹਿੰਦੇ ਮੇਰਾ ਦਿਲ ਦਿਖਾਇਆ, ਬੇਅੰਤ ਰਾਗੀਆਂ ਦਾ ਦਿਖਾਇਆ, ਤੇ ਉਹਨਾਂ ਨੇ ਨੋਟਿਸ ਲਿਆ ਇਸ ਗੱਲ ਦਾ ਵੀ ਹੁਣ ਵਾਕਿਆ ਹੀ ਰਾਗੀ ਸਿੰਘਾਂ ਨਾਲ ਧੱਕਾ ਹੋ ਰਿਹਾ। ਪਹਿਲਾਂ ਤਾਂ ਅਸੀਂ ਕਹਿ ਰਹੇ ਸਾਂ ਅੰਦਰ ਹੋ ਰਿਹਾ, ਅੱਜ ਤੁਸੀਂ ਮਹਿਸੂਸ ਕਰੋ, ਇਹ ਸੰਗਤ ਮਹਿਸੂਸ ਕਰੇ ਵੀ ਕੀ ਹੁਣ ਇਹ ਤਖਤਾਂ ਤੋਂ ਬਹਿ ਕੇ, ਕਥਾ ਅਸਥਾਨ ਮੰਜੀ ਸਾਹਿਬ ਤੋਂ ਬਹਿ ਕੇ ਜੀ ਇਹ ਹੁਣ ਧੱਕਾ ਨਹੀਂ ਕਰ ਰਹੇ। ਮੈਂ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਨੂੰ ਵੀ ਉਸ ਕਥਾ ਇਸ ਰਾਗੀ ਸਭਾ ਦੀ ਤਰਫੋਂ ਭਾਈ ਓਂਕਾਰ ਸਿੰਘ ਜੀ ਦੀ ਤਰਫੋਂ ਭਈ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਸਾਹਿਬ ਜਾਂ ਸਕੱਤਰ ਸਾਹਿਬ ਜਾਂ ਪ੍ਰਧਾਨ ਸਾਹਿਬ, ਬੇਨਤੀ ਹੈ ਤੁਹਾਨੂੰ ਵੀ ਹੁਣ ਤੇ ਨਹੀਂ ਕਿਸੇ ਰਾਗੀ ਸਿੰਘ ਨੇ ਉਹਨੂੰ ਕੋਈ ਮੰਦਾ ਚੰਗਾ ਬੋਲਿਆ ਸੀ ਕਥਾਵਾਚਕ ਨੂੰ। ਹੁਣ ਉਸ ਕਥਾਵਾਚਕ ਨੇ ਜੇ ਬੋਲਿਆ ਤਾਂ ਉਹਦੀ ਪੜਤਾਲ ਕੀਤੀ ਜਾਵੇ ਵੀ ਇਹਨੇ ਆਪਣੇ ਮਨ ਨਾਲ ਬੋਲਿਆ ਕਿ ਜਾਂ ਇਹਨੂੰ ਕਿਸੇ ਨੇ ਬੁਲਵਾਇਆ ਜੀ। ਇਹ ਮੇਰੀ ਬੇਨਤੀ ਹੈ, ਮੈਂ ਮੰਗ ਕਰਦਾ ਸ਼੍ਰੋਮਣੀ ਰਾਗੀ ਸਭਾ ਵੱਲੋਂ ਵੀ ਹੁਣ ਤੇ ਰਾਗੀ ਸਭਾ ਚੁੱਪ ਬੈਠੀ ਸੀ ਜੀ, ਸਾਰੇ ਰਾਗੀ ਚੁੱਪ ਆ। ਇੱਕ ਦਿਨ ਆਪਣੀ ਗੱਲ ਰੱਖਿਆ ਆ ਮੀਡੀਆ 'ਚ ਤੇ ਕੋਈ ਦੂਜੀ ਗੱਲ ਨਹੀਂ ਕੀਤੀ, ਪਰ ਆਜ ਸਾਨੂੰ ਬੋਲਣ ਲਈ ਫਿਰ ਮਜਬੂਰ ਕਰ ਦਿੱਤਾ ਇਸ ਬੰਦੇ ਨੇ ਜੀ। ਕਿ ਇਹ ਮਸਲੇ ਨੂੰ ਸੁਲਝਾਉਣ ਦੇਣਗੇ ਕਿ ਜਾਂ ਇਤਨਾ ਹੀ ਬਲਦੀ ਤੇ ਤੇਲ ਪਾ ਕੇ ਤੇ ਸਾਨੂੰ ਹੋਰ ਬੋਲਣ ਲਈ ਮਜਬੂਰ ਕਰਨਗੇ। ਤੁਸੀਂ ਕੀ ਮਹਿਸੂਸ ਕਰਦੇ ਹੋ ਜਿਸ ਤਰੀਕੇ ਦੇ ਨਾਲ ਪਹਿਲਾਂ ਵਿਵਾਦ ਸੀ ਜਿਹੜਾ ਉਹ ਇਕੱਲੇ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਸੀ, ਹੁਣ ਤੁਹਾਡੇ ਕਹਿਣ ਦੇ ਮੁਤਾਬਕ ਕਥਾਵਾਚਕ ਵੀ ਉਸੇ ਲਾਈਨ ਤੇ ਗਏ ਨੇ? ਇੱਕ ਕਥਾਵਾਚਕ ਸਾਰੇ ਨਹੀਂ, ਉਹ ਉਸੇ ਤਰੀਕੇ ਤੁਹਾਨੂੰ ਅਪਮਾਨਜਨਕ ਸ਼ਬਦਾਵਲੀ ਬੋਲੀ ਗਈ ਹੈ। ਕੀ ਇਹ ਮਾਮਲਾ ਤੁਹਾਨੂੰ ਕਿਤੇ ਨਾ ਕਿਤੇ ਰੁਕਦਾ ਨਜ਼ਰ ਆਉਂਦਾ ਜਾਂ ਇਹਦਾ ਉਪਾਅ ਕੀ ਹੈ ਤੁਹਾਡੇ ਮੁਤਾਬਕ? ਮੈਨੂੰ ਤੇ ਐਂ ਲੱਗਦਾ ਇਹ ਜਾਣ ਬੁੱਝ ਕੇ ਹੁਣ ਇੱਕ ਧਿਰ ਬਣਾਉਣਾ ਚਾਹੁੰਦੇ ਨੇ ਵੀ ਕਥਾਵਾਚਕ ਵੀ ਇਸ ਬੰਨੇ ਹੋ ਜਾਣ ਤੇ ਰਾਗੀ ਉਸ ਬੰਨੇ ਹੋ ਜਾਣ। ਕਿਉਂ ਭਾਈ? ਜਦ ਬਾਣੀ ਦਾ ਫਰਮਾਨ ਹੈ ਕਥਾ ਕੀਰਤਨ ਸੁਖਦਾਈ ਜੀ, ਇਕੱਠਾ ਹੀ ਹੈ, ਵੱਖਰਾ ਤਾਂ ਨਹੀਂ ਨਾ। ਸੁੱਖ ਦੇਣ ਵਾਲੀਆਂ ਚੀਜ਼ਾਂ ਨਹੀਂ ਇੱਕੋ ਨੇ ਜੀ। ਕਿਉਂ ਇਦਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਰਾਗੀਆਂ ਦੇ ਵਿੱਚ ਹੋਰ ਜਿਹੜੀ ਹੈ ਹੀਣਤਾ ਮਹਿਸੂਸ ਹੋਵੇ? ਕਿਉਂ ਇਹੋ ਜਿਹੇ ਬਿਆਨ ਦੇ ਕੇ ਇਸ ਮਸਲੇ ਨੂੰ ਸੁਲਝਾਉਣ ਤੋਂ ਪਹਿਲਾਂ ਵਿਗਾੜਿਆ ਜਾ ਰਿਹਾ ਜੀ? ਕੋਈ ਤੇ ਬੰਦਾ ਹੈ ਜਿਹੜਾ ਇਦਾਂ ਦੀ ਭਾਵਨਾ ਰੱਖ ਰਿਹਾ ਵੀ ਜੋ ਮਰਜ਼ੀ ਹੁਣ ਰਾਗੀ ਭਾਵੇਂ ਬੋਲ ਕੇ ਸੱਚ ਵੀ ਦੱਸਦਾ ਤੇ ਰਾਗੀਆਂ ਨੂੰ ਬਦਨਾਮ ਕੀਤਾ ਜਾਵੇ, ਰਾਗੀਆਂ ਨੂੰ ਨੀਵਾਂ ਦਿਖਾਇਆ ਜਾਵੇ ਤੇ ਰਾਗੀਆਂ ਦੇ ਸੰਗਤ ਵਿੱਚ ਜਿਹੜਾ ਪਿਆਰ ਆ ਘਟਾਇਆ ਜਾਵੇ। ਕਿਉਂ ਜੀ? ਇਹ ਸਵਾਲ ਨੇ ਵੀ ਜੇ ਉਹ ਤਖਤ ਪਟਨਾ ਸਾਹਿਬ ਤੋਂ ਬੋਲ ਰਹੇ ਆ, ਇਹਦਾ ਮਤਲਬ ਉਹਨਾਂ ਨੂੰ ਵੀ ਕਿਸੇ ਨੇ ਚਾਬੀ ਭਰੀ ਹੈ ਜੀ। ਹੁਣ ਤੁਸੀਂ ਵੇਖੋ, ਉਹ ਕਹਿੰਦੇ ਸੀ ਕਿ ਮੈਂ ਤਾਂ ਜੀ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਨਹੀਂ ਆਖਿਆ। ਤੁਸੀਂ ਉਹਨਾਂ ਦਾ ਬਿਆਨ ਸੁਣ ਕੇ ਦੇਖ ਲਓ, ਉਹ ਸ਼ੁਰੂ ਦਰਬਾਰ ਸਾਹਿਬ ਤੋਂ ਕਰਦੇ ਨੇ, ਫਿਰ ਉਹ ਕੇਸਗੜ੍ਹ ਸਾਹਿਬ ਤੱਕ ਜਾਂਦੇ ਨੇ, ਫਿਰ ਉਹ ਪਟਨਾ ਸਾਹਿਬ ਤੱਕ ਜਾਂਦੇ ਨੇ ਜੀ। ਫਿਰ ਜਦੋਂ ਮਾਮਲਾ ਅੱਗੇ ਚੱਲ ਜਾਂਦਾ ਤੇ ਫਿਰ ਉਹ ਜਥੇਦਾਰ ਰਣਜੀਤ ਸਿੰਘ ਗੌਰ ਕਹਿੰਦੇ ਨੇ
ਕਿ ਮੈਂ ਜੀ ਪਟਨਾ ਸਾਹਿਬ ਦੇ ਰਾਗੀ ਸਿੰਘਾਂ ਬਾਰੇ ਬੋਲਿਆ ਵਾ ਵੀ ਉਹ 5-5 ਲੱਖ ਭੇਟਾ ਲੈਂਦੇ ਨੇ ਤੇ 500 ਦੀ ਰਸੀਦ ਕਟਾਉਂਦੇ ਨੇ। ਤੁਸੀਂ ਦੱਸੋ ਵੀ ਤੁਸੀਂ ਕਦੀ ਕਿਸੇ ਨੂੰ 5 ਲੱਖ ਰੁਪਈਆ ਭੇਟਾ ਲੈਂਦਿਆਂ ਵੇਖਿਆ ਜੀ? ਕਦੀ ਦਿੱਤੀ ਹੈ? ਬਿਲਕੁਲ ਇਹ ਬੇਬੁਨਿਆਦ ਇਲਜ਼ਾਮ ਉਹਨਾਂ ਨੇ ਲਾਏ ਨੇ। ਔਰ ਇਹ ਜਿਹੜੇ ਇਲਜ਼ਾਮਾਂ ਦਾ ਜਵਾਬ ਪਟਨਾ ਸਾਹਿਬ ਦੇ ਖੁਦ ਰਾਗੀ ਸਿੰਘਾਂ ਬੋਲ ਕੇ ਦਿੱਤਾ ਕਿ ਅਸੀਂ ਵੀ ਇਹਦਾ ਜਵਾਬ ਮੰਗਦੇ ਹਾਂ ਕਿ ਤੁਸੀਂ ਸਾਡੇ ਬਾਰੇ ਇਦਾਂ ਕਿਵੇਂ ਬੋਲ ਸਕਦੇ ਹੋ ਵੀ ਅਸੀਂ ਰਾਗੀ ਨਹੀਂ ਹਾਂ। ਉੱਥੋਂ ਦੇ ਜਿਹੜੇ ਰਾਗੀ ਸਾਹਿਬਾਨ ਹੈਗੇ ਆ ਕਿ ਉਹਨਾਂ ਨੇ ਤੁਹਾਡਾ ਸਮਰਥਨ ਕਰਨ ਦੀ ਗੱਲ ਕੀਤੀ ਹੈ ਕਿ ਤੇ ਉਹਨਾਂ ਨੇ ਨੈਟ ਤੁਸੀਂ ਨੈਟ ਚੈੱਕ ਕਰ ਲਓ, ਉਹਨਾਂ ਨੇ ਲਿਖਤੀ ਰੂਪ ਵਿੱਚ ਆਪਣਾ ਜਿਹੜਾ ਹੈ ਰੋਸ ਜ਼ਾਹਰ ਕੀਤਾ ਕਿ ਸਾਨੂੰ ਸਿੰਘ ਸਾਹਿਬ ਨੇ ਬੜਾ ਗਲਤ ਆਖਿਆ ਤੇ ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਇਸ ਤਰ੍ਹਾਂ ਜੀ। ਇਹ ਹੁਣ ਜਿਹੜਾ ਤਖਤ ਤੋਂ ਬੋਲਣਾ ਜਾਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਬੋਲਣਾ, ਇਹ ਕਿਸ ਦੀ ਮਰਜ਼ੀ ਨਾਲ ਹੋ ਰਿਹਾ ਤੇ ਕਿਉਂ ਹੋ ਰਿਹਾ, ਇਹਦੀ ਤਹਿ ਤੱਕ ਜਾਣ ਦੀ ਲੋੜ ਹੈ। ਜਾਂਚ ਦੀ ਲੋੜ ਹੈ। ਜਾਂਚ ਦੀ ਲੋੜ ਹੈ। ਜਾਂਚ ਕੀ ਤੋਂ ਮੰਗਦੇ ਹੋ ਤੁਸੀਂ? ਕਿਹਾ ਵੀ ਅਕਾਲ ਤਖਤ ਸਾਹਿਬ ਤੋਂ। ਮੈਂ ਤਾਂ ਖੁੱਲਾ ਹੀ ਕਹੂੰਗਾ ਵੀ ਜਾਂਚ ਦੀ ਲੋੜ ਹੈ। ਜਿੰਨੇ ਕਰਨੀ ਆ ਉਹੀ ਕਰ ਲੇ, ਪਤਾ ਤਾਂ ਲੱਗੇ ਵੀ ਇੱਕ ਕਿਉਂ ਬੋਲ ਰਹੇ। ਅੱਜ ਦੇ ਦੋ ਸਥਾਨਾਂ ਤੋਂ ਬੋਲਦੇ, ਪਤਾ ਨਹੀਂ ਕੱਲ ਕਿੱਥੋਂ ਕਿੱਥੋਂ ਬੋਲਣਗੇ, ਕੀ ਕੁਛ ਬੋਲਣਗੇ। ਕੈਨੇਡਾ ਤੋਂ ਕਿਸੇ ਬੰਦੇ ਨੇ ਚੈਨਲ ਤੇ ਬੋਲਿਆ ਵੀ ਰਾਗੀ ਭਾਈ ਓਂਕਾਰ ਸਿੰਘ ਜਿਹੜੇ ਨੇ ਹਜੂਰੀ ਰਾਗੀ, ਉਹ ਕੈਨੇਡਾ ਗਏ ਸੀ ਤੇ ਉਹਨਾਂ ਨੂੰ ਆਣ ਕੇ 3 ਮਹੀਨੇ ਸਸਪੈਂਡ ਹੋਣਾ ਪਿਆ ਸੀ ਜੀ। ਭਾਈ ਓਂਕਾਰ ਸਿੰਘ ਨੇ ਗਰੁੱਪ ਵਿੱਚ ਇਸ ਦੱਸਿਆ ਕਿ ਮੈਂ ਤਾਂ ਅੱਜ ਤੱਕ ਕੈਨੇਡਾ ਹੀ ਨਹੀਂ ਗਿਆ। ਹੁਣ ਤੁਸੀਂ ਇਲਜ਼ਾਮ ਲਾਉਣ ਵਾਲੇ ਬੰਦੇ ਦਾ ਨਾਮ ਵੇਖੋ ਵੀ ਕੈਨੇਡਾ ਗਏ ਨੇ, ਜਾਣਕਾਰੀ ਕਿੰਨੀ ਅਧੂਰੀ ਹੈ ਜੀ। ਭਾਈ ਉਹ ਕੈਨੇਡਾ 'ਚ ਗਏ ਸੀ ਤਾਂ ਉਹਨਾਂ ਕੋਲ ਕੋਈ ਗਲਤੀ ਹੋਈ, ਹੱਦ ਹੋ ਗਈ। ਉਹ ਜਿਹੜਾ ਬੰਦਾ ਕੈਨੇਡਾ ਹੀ ਨਹੀਂ ਗਿਆ ਤੁਸੀਂ ਉੱਤੇ ਇਲਜ਼ਾਮ ਲਾਈ ਜਾਂਦੇ ਹੋ ਜੀ। ਤਾਂ ਇੱਥੇ ਵਿਚਾਰਨ ਦੀ ਲੋੜ ਹੈ ਕਿ ਹੁਣ ਸਾਡੇ ਬਹੁਤ ਸਾਰੇ ਰਾਗੀਆਂ ਦੇ ਬਹੁਤ ਤਰੀਕਿਆਂ ਦੇ ਇਲਜ਼ਾਮ ਕੌਣ ਲਵਾ ਰਿਹਾ ਵਾ, ਕੀ ਲੋੜਾਂ ਨੂੰ ਪੈ ਗਈ ਹੈ। ਜੇ 6 ਸਾਲ ਕੀਰਤਨ ਚੰਗਾ ਹੁੰਦਾ ਰਿਹਾ ਜਾਂ 6 ਸਾਲ ਕੀਰਤਨੀਆਂ ਕਰਦੇ ਰਹੇ ਕੀਰਤਨ ਤਾਂ ਉਦੋਂ ਕੋਈ ਇਲਜ਼ਾਮ ਨਹੀਂ, ਤੇ ਜੇ ਹੁਣ ਜਰਾ ਕੁ ਅਸੀਂ ਸੱਚ ਬੋਲਣ ਦੀ ਬਾਹਰ ਆ ਕੇ ਹਿੰਮਤ ਕੀਤੀ ਹੈ ਤੇ ਹੁਣ ਤੁਸੀਂ ਇਲਜ਼ਾਮ ਲਾਓਗੇ ਸਾਡੇ ਤੇ। ਕੱਲ ਨੂੰ ਪਤਾ ਨਹੀਂ ਕਿਸ ਰਾਗੀ ਤੇ ਕਿਹੜਾ ਇਲਜ਼ਾਮ ਲੱਗਣਾ। ਮੈਂ ਅੱਜ ਹੀ ਕਹਿੰਦਾ ਸੰਗਤ ਜੀ, ਸਾਨੂੰ ਉਂਝ ਭਾਵੇਂ ਘਰ ਬਿਠਾ ਦੇਣ, ਉਹ ਪਰਵਾਹ ਨਹੀਂ ਹੈ, ਪਰ ਤੁਸੀਂ ਇਲਜ਼ਾਮ ਆਪ ਵੇਖ ਲਿਓ ਕਿ ਸਹੀ ਲਾ ਰਹੇ ਨੇ ਜੀ। ਤੇ ਇਸ ਕਰਕੇ ਇਹ ਜਿਹੜਾ ਮਸਲਾ ਵਾ ਇਹ ਭਾਈ ਸਾਹਿਬ ਸਵਾਰਨ ਵਾਲੇ ਬੰਨੇ ਨਹੀਂ ਜਾ ਰਿਹਾ, ਵਿਗਾੜਨ ਵਾਲੇ ਬੰਨੇ ਜਾ ਰਿਹਾ। ਤੁਸੀਂ ਮੀਡੀਆ ਤੇ ਆ ਗਏ, ਤੁਸੀਂ ਆਪਣਾ ਦੁੱਖ ਦੱਸਿਆ। ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ ਹੋਰ ਬਹੁਤ ਮੁਲਾਜ਼ਮ ਹੈਗੇ ਆ ਜਿਹੜੇ ਉੱਥੇ ਕੰਮ ਕਰਦੇ ਆ, ਕਿ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਕਿ ਕਿਸੇ ਹੋਰ ਨਾਲ, ਜਿਵੇਂ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕੋਈ ਹੈ ਜੋ ਇਸ ਤਰੀਕੇ ਦੀ ਭਾਵਨਾ ਰੱਖਦਾ, ਇਸ ਤਰੀਕੇ ਦੇ ਨਾਲ ਦੁਫਾੜ ਕਰਨ ਦੀ ਕੋਸ਼ਿਸ਼ ਕਰਦਾ, ਕਿ ਹੋਰ ਵੀ ਕਿਸੇ ਕੈਟਾਗਰੀ ਦੇ ਸਿੰਘ ਨੂੰ ਕੋਈ ਉੱਥੇ ਸਮੱਸਿਆ ਮਹਿਸੂਸ ਹੁੰਦੀ ਹੈ? ਕੋਈ ਹੁੰਦੀ? ਵੇਖੋ 6 ਸਾਲ ਰਾਗੀ ਸਿੰਘ ਨਹੀਂ ਸੀ ਬੋਲੇ, ਤੇ ਜੇ ਹੋਰ ਕਿਸੇ ਸਿੰਘ ਨੂੰ ਇਹ ਪ੍ਰੋਬਲਮ ਹੋਈ ਤੇ ਥੋੜੇ ਚਿਰ ਬਾਅਦ ਉਹ ਬੋਲੇਗਾ ਜ਼ਰੂਰ। ਅਜੇ ਤੇ ਡਰਿਆ ਨਾ, ਰੋਜੀ ਰੋਟੀ ਦਾ ਮਾਮਲਾ ਹੁੰਦਾ, ਕੱਲੇ ਦੀ ਕੀ ਸੁਣਵਾਈ ਹੋਣੀ। ਕੱਲਾ ਰਾਗੀ ਸਿੰਘ ਪਹਿਲਾਂ ਵੀ ਇੱਕ ਬੋਲਿਆ ਸੀ, ਅਕਾਲ ਤਖਤ ਤੇ ਗਿਆ ਸੀ, ਉਦੋਂ ਵੀ ਨਹੀਂ ਸੁਣਵਾਈ ਹੋਈ ਸਾਲ ਪਹਿਲਾਂ। ਹੁਣ ਸਾਰੇ ਗਏ ਆ, ਸੁਣਵਾਈ ਅਜੇ ਵੀ ਕੋਈ ਨਹੀਂ ਹੋਈ। ਤੇ ਇਸ ਕਰਕੇ ਡਰਦੇ ਹੁੰਦੇ, ਕੋਈ ਨਹੀਂ ਬੋਲਦੇ ਹੁੰਦੇ। ਬੋਲਣਾ ਬੜਾ ਔਖਾ ਹੁੰਦਾ, ਸਾਨੂੰ ਵੀ ਪਤਾ ਹੈ। ਜੋ ਸਾਡੇ ਨਾਲ ਸਮਾਂ ਅਗਲਾ ਬਣਨਾ ਸਾਨੂੰ ਦਿਖਦਾ, ਪਰ ਸਾਨੂੰ ਕੋਈ ਦਿਸਦਾ ਹੀ ਨਹੀਂ ਚਾਰਾ, ਹੋਰ ਕੀ ਕਰੀਏ ਦੱਸੋ ਜੀ। ਇਸ ਕਰਕੇ ਬੋਲਣਾ ਪੈਂਦਾ ਜੀ। ਸੰਗਤ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ? ਸੰਗਤ ਨੂੰ ਬੇਨਤੀ ਆ, ਸੰਜਮ ਬਣਾ ਕੇ ਰੱਖੋ। ਆਪਾਂ ਸਾਰੇ ਅਦਬ ਸਤਿਕਾਰ ਦੀ ਭਾਵਨਾ ਰੱਖੀਏ, ਅਲਫਾਜ਼ ਤੇ ਕੰਟਰੋਲ ਰੱਖੋ। ਬੰਦਾ ਕੋਈ ਗਲਤ ਹੋ ਸਕਦਾ ਵਾ, ਪਦਵੀ ਮਾੜੀ ਨਹੀਂ ਹੈ, ਸਾਰੀ ਪਦਵੀਆਂ ਦਾ ਸਤਿਕਾਰ ਆਪਾਂ ਹਮੇਸ਼ਾ ਕਾਇਮ ਰੱਖਣਾ। ਸਾਡੀ ਸ਼੍ਰੋਮਣੀ ਰਾਗੀ ਸਭਾ ਦੇ ਮਨ ਵਿੱਚ ਇਹੋ ਜਿਹਾ ਕਦੇ ਵੀ ਖਿਆਲ ਨਹੀਂ ਆਇਆ, ਨਾ ਆਵੇਗਾ ਕਿ ਅਸੀਂ ਕਿਸੇ ਸਿੰਘ ਸਾਹਿਬ ਨਾਲ ਕੋਈ ਨਿੱਜੀ ਰੰਜਿਸ਼ ਰੱਖਣੀ ਹੈ। ਨਾ, ਅਸੀਂ ਸਾਰੇ ਸੇਵਾਦਾਰਾਂ ਨਾਲ, ਸਾਰੇ ਮੈਨੇਜਰ ਸਾਹਿਬਾਂ ਨਾਲ, ਸਾਰੇ ਸਕੱਤਰ ਸਾਹਿਬ ਨਾਲ, ਸਾਰੇ ਜਿਹੜੇ ਗ੍ਰੰਥੀ ਸਾਹਿਬਾਨ ਨੇ ਜਿਹੜੇ ਸਹੀ ਨੇ, ਅਸੀਂ ਉਹਨਾਂ ਦੇ ਚਰਨਾਂ 'ਤੇ ਸਿਰ ਰੱਖਣ ਲਈ ਤਿਆਰ ਹਾਂ। ਪਰ ਗਲਤ ਜਿਹੜਾ ਕੋਈ ਰਾਗੀ ਸਿੰਘਾਂ ਨੂੰ ਇੱਦਾਂ ਪੜਤਾੜਤ ਕਰੂਗਾ, ਪਰੇਸ਼ਾਨ ਕਰੂਗਾ, ਅਸੀਂ ਉਹਦਾ ਸਮਰਥਨ ਨਹੀਂ ਕਰ ਸਕਦੇ। ਉਹਦੇ ਅੱਗੇ ਅਸੀਂ ਨਹੀਂ ਇੱਦਾਂ ਰਹਿ ਸਕਦੇ, ਕਿਉਂਕਿ ਕੀਰਤਨ ਜਿਹੜਾ ਹੈ ਉਹ ਬੜੀ ਸੁਤੰਤਰ ਅੰਦਰੂਨੀ ਸ਼ਕਤੀ ਨਾਲ ਹੁੰਦਾ ਹੈ ਜੀ। ਦਬਾਅ 'ਚ ਕੀਰਤਨ ਨਹੀਂ ਹੋ ਸਕਦਾ। ਬਿਲਕੁਲ। ਤਾਂ ਮੈਂ ਇਹੀ ਬੇਨਤੀ ਕਰਦਾ, ਸਾਰੇ ਸਿੰਘ ਭਾਈ ਜਿੱਥੇ ਵੀ ਇਸ ਆਵਾਜ਼ ਨੂੰ ਸੁਣਦੇ ਹੋ, ਆਪਣੇ ਅਲਫਾਜ਼ ਜਿਹੜੇ ਕੰਟਰੋਲ 'ਚ ਰੱਖ ਕੇ ਆਪਣੇ ਵਿਰੋਧ ਨੂੰ ਜਿਤਾਇਆ ਕਰੋ। ਕਦੀ ਵੀ ਕਦੀ ਗਲਤ ਅਪਮਾਨਜਨਕ ਨਾ ਬੋਲਿਆ ਕਰੋ, ਇਹ ਮੇਰੀ ਬੇਨਤੀ ਹੈ ਤੁਹਾਨੂੰ ਜੀ। ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਆਪਣੇ ਨਾਲ ਹੁੰਦਾ ਧੱਕਾ ਕਹਿ ਲਓ, ਹੁੰਦੀ ਵਧੀਕੀ ਕਹਿ ਲਓ, ਸਪਸ਼ਟ ਸ਼ਬਦਾਂ ਦੇ ਵਿੱਚ ਦੱਸੀ ਹੈ ਕਿ 2 ਕਾਰਨ ਦੱਸੇ ਜਾ ਰਹੇ ਆ। ਪਹਿਲਾ ਕਾਰਨ ਹੈ ਰਾਗਾਂ ਨੂੰ ਲੈ ਕੇ, ਤੇ ਪਰ ਉਹ ਕਹਿੰਦੇ ਸਾਡਾ ਮਲਾਲ ਸਿਰਫ ਰਾਗਾਂ ਵਾਸਤੇ ਜੋ ਕੁਝ ਸਾਨੂੰ ਕਿਹਾ ਜਾਂਦਾ ਉਹਦਾ ਨਹੀਂ ਹੈਗਾ, ਸਾਨੂੰ ਸ਼ਬਦਾਵਲੀ ਵੀ
ਇਸ ਤਰ੍ਹਾਂ ਦੀ ਬੋਲੀ ਜਾਂਦੀ ਹੈ, ਉਸ ਉਪਾਧੀ ਤੇ ਬਹਿ ਕੇ, ਉਸ ਪਦਵੀ ਤੇ ਬਹਿ ਕੇ, ਜਿਹੜੀ ਕਿ ਅਪਮਾਨਜਨਕ ਵੀ ਹੁੰਦੀ ਹੈ ਤੇ ਉੱਥੋਂ ਬੋਲਣੀ ਵਾਜਬ ਵੀ ਨਹੀਂ ਹੁੰਦੀ। ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਪਾੜੇ ਲਗਾਤਾਰ ਵੱਧਦੇ ਜਾ ਰਹੇ ਆ। ਭਾਈ ਸਾਹਿਬ ਦੇ ਵੱਲੋਂ ਵੀ ਕਈ ਸ਼ੰਕੇ ਜ਼ਾਹਰ ਕੀਤੇ ਗਏ ਨੇ ਕਿ ਕੋਈ ਤਾਕਤ ਹੈ, ਕੋਈ ਇਨਸਾਨ ਹੈ, ਕੋਈ ਵਿਅਕਤੀ ਹੈਗਾ ਜਿਹੜਾ ਚਾਹੁੰਦਾ ਹੈ ਕਿ ਇਸ ਤਰੀਕੇ ਇਹਨਾਂ ਨੂੰ ਪਾੜ ਕੇ ਰੱਖਿਆ ਜਾਵੇ ਜਾਂ ਇਹ ਭਾਵਨਾ ਇਸ ਤਰ੍ਹਾਂ ਦੀ ਰੱਖਦਾ ਹੈ। ਉਹ ਜਾਂਚ ਦਾ ਵਿਸ਼ਾ ਹੈ। ਜਾਂਚ ਪੰਥਕ ਧਿਰਾਂ ਨੂੰ ਇਕੱਠੀਆਂ ਹੋ ਕੇ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੈ, ਜਾਂਚ ਦਾ ਵਿਸ਼ਾ, ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਤੇ ਸੰਗਤ ਹਮੇਸ਼ਾ ਇਹੀ ਉਮੀਦ ਕਰਦੀ ਹੈ ਕਿ ਕਦੇ ਵੀ ਜਿਹੜੀਆਂ ਇਹ ਤਰੇੜਾਂ ਪੈਂਦੀਆਂ, ਇਹ ਦੂਰੀਆਂ ਪੈਂਦੀਆਂ, ਇਹ ਨਾ ਪੈਣ ਤੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਬੇਫਿਕਰੀ ਤੇ ਆਜ਼ਾਦੀ ਦੇ ਨਾਲ ਲਗਾਤਾਰ ਹੁੰਦਾ ਰਹੇ। ਕੈਮਰਾ ਪਰਸਨ ਗੁਰਸਿਮਰਨ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ TV,